ਜਦੋਂ ਨਵੇਂ-ਨਵੇਂ ਕਾਲਜ ਗਏ ਸੀ ਨਾ ਤੇ ਇਦਾਂ ਲੱਗਦਾ ਸੀਗਾ ਪਤਾ ਨਹੀਂ ਕਿੰਨੀ ਸਾਰੀ ਐਸ਼ ਹੋ ਜਾਣੀ ਹੁਣ ਜ਼ਿੰਦਗੀ 'ਚ ਤੇ ਕਿੰਨੇ ਸਾਰੇ ਰੱਜ ਕੇ ਮਜ਼ੇ ਕਰਾਂਗੇ। ਕਾਲਜ ਦਾ ਮਤਲਬ ਤਾਂ ਖਰੇ ਪਤਾ ਨਹੀਂ ਕੀ ਹੁੰਦਾ ਹੈ। ਬਹੁਤ-ਬਹੁਤ ਸਵਾਗਤ ਜੀ ਆਇਆਂ ਨੂੰ ਪ੍ਰੋਗਰਾਮ ਗੱਲਾਂ ਤੇ ਗੀਤ ਤੇ ਮੈਂ ਵरुण कौर मान। ਕਾਲਜ ਦੀ ਗੱਲ ਮੈਂ ਤਾਂ ਕੀਤੀ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਵਿਦਿਆਰਥੀ ਦੀਆਂ ਕੀ ਲੋੜਾਂ ਕੀ ਮੰਗਾਂ ਕਾਲਜ ਦੀ ਚੋਣ ਜਾਂ ਫਿਰ ਕਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਕਾਲਜ ਬਹੁਤ ਵੱਡੀ ਭੂਮਿਕਾ ਨਿਭਾ ਸਕਦਾ, ਬੱਚੇ ਤੇ ਅਧਿਆਪਕ ਦਾ ਰਿਸ਼ਤਾ ਆਪਸ 'ਚ ਕਿਵੇਂ ਦਾ ਹੋਣਾ ਚਾਹੀਦਾ, ਵਿਦਿਆਰਥੀ ਨੂੰ ਕੀ ਜ਼ਰੂਰਤਾਂ ਹੋ ਸਕਦੀਆਂ ਨੇ। बहुत सारिया गल्लां दिमाग दे विच आउंदियां ने जदों असीं अपनी उचेरी सिक्ख्या दे वल जांदे हां। इस दे उत्ते गलबात करांगे। साडे नाल ने अज गल्लां ते गीत प्रोग्राम च आशिमा साहनी जिहड़े कि HOD ने पोलीटिकल साइंस विभाग दे विच नाल दे नाल सीनियर असिस्टेंट प्रोफैसर ने कन्या महाविद्यालय दे विच। बहुत बहुत स्वागत जी आया नू। सत श्री अकाल जी। तुसीं KMV कॉलेज जलंधर च पढ़ा रहे हो ते तुसीं बच्चियां दे नाल 24 घंटे विचरते हो। हाँ जी। बहुत साल का तुहाडा तजर्बा हो गया इस चीज़ को लैके और सब तो जो नवे बच्चे तुहाडे कोल आउंदे ना वो भटके हुए भी आउंदे होणगे कि असीं किहड़े कॉलेज की चोण करिए जां किहड़ा इंस्टीट्यूशन साडे लई सही रहूगा, क्योंकि हुण तां खुल बहुत गए, अगे तां 2-3 ऑप्शनस हुंदियां सी। सो बच्चा सब तो पहला सही विद्यक अदारे की चोण किवें करे, क्योंकि मापे भी डरदे आ। बिल्कुल सही कह रहे हो तुसीं वरुण जी। ਇਹ ਅੱਜ ਦਾ ਜਿਹੜਾ ਵਿਸ਼ਾ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਹੁਣ ਜਦੋਂ ਅਸੀਂ ਇੰਸਟੀਟਿਊਸ਼ਨ ਨੂੰ ਚੁਣਨਾ ਹੁੰਦਾ ਹੈ ਕਿ ਅਸੀਂ ਹਾਇਰ ਐਜੂਕੇਸ਼ਨ ਲਈ, ਖਾਸ ਕਰ ਜਦੋਂ ਅਸੀਂ +2 ਕਰਦੇ ਹਾਂ ਤੇ ਅਸੀਂ ਕਿੱਥੇ ਜਾਣਾ ਹੈ, ਇਹ ਇੱਕ ਬਹੁਤ ਜ਼ਿਆਦਾ ਟੈਨਸ਼ਨ ਭਰਿਆ ਵਿਸ਼ਾ ਹੁੰਦਾ ਹੈ। ਔਰ ਮੈਨੂੰ ਲੱਗਦਾ ਮਹੀਨਾ ਡੇਢ ਮਹੀਨਾ ਘਰ ਵਿੱਚ ਗਹਿਮਾ ਗਹਿਮੀ ਚੱਲਦੀ ਰਹਿੰਦੀ, ਇੱਥੇ ਜਾਣਾ ਉੱਥੇ ਜਾਣਾ। ਮਾਂ ਪਿਓ ਆਪਣੇ ਹਿਸਾਬ ਨਾਲ ਸੋਚਦੇ ਆ, ਬੱਚੇ ਆਪਣੇ ਹਿਸਾਬ ਨਾਲ ਸੋਚਦੇ ਆ। ਤੇ ਫਿਰ ਲੇਕਿਨ ਮੈਂ ਇੱਥੇ ਇਹ ਕਹਿਣਾ ਚਾਹੂੰਗੀ कि ठीक है माँ प्यो भी अपना सोचन, बच्चे भी अपना सोचन, लेकिन एक कंसेंसस बिल्ड करना चाहिए जी। जो भी बच्चे दियां लोड़ां ने, जो भी उहदियां ज़रूरतां ने अते माँ प्यो दे पॉकेट जिन्नी के अलाउ करदी है और जो तुहाडे करियर प्रॉस्पैक्ट ने उन्हां नूं ध्यान विच रख के तुहानूं अपने जिहड़े इंस्टीट्यूशनस है उन्हां दी चोण करनी चाहिए। हालांकि चुनना इंस्टीट्यूशन नूं एक बहुत औखी गल है। मैं इत्थे बह के तुहाडे नाल गल कर रही हाँ, ये कहना सौखा है पर जिहड़े विचड़दे ने उन्हां लई ये बहुत औखा है। बिल्कुल। और जदों असीं सही चोण कर लैंदे आ किसी विद्यक अदारे दी कि चलो आ विद्यक अदारा आपां चुन लिया, पता कर लिया आसे पासे तो आ वधिया सीगा, फिर दिमाग दे विच आउंदा है कि बच्चा विषय किद्दां चुने, क्योंकि सहेली कहंदी आ पढ़ ला, मम्मी कहती नहीं 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 मेरे नाल दियां जिहड़ियां लेडीज़ आ उन्हां दे बच्चे तां पढ़दे आ, तुसीं आ क्यों पढ़ोगे। विशा चुनना एक बहुत वड्डा टास्क आ, ਉਹ ਕਿੱਦਾਂ ਚੁਣੀਏ ਫਿਰ ਆਪਾਂ। ਹਾਂਜੀ, ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਇਹ ਬਹੁਤ ਵਾਜਿਬ ਗੱਲ ਹੈ, ਕਿਉਂਕਿ ਜਦੋਂ ਸਾਡੇ ਕੋਲ ਬੱਚੇ ਆਉਂਦੇ ਉਹਨਾਂ ਵਿਚਾਰਿਆਂ ਨੂੰ ਪਤਾ ਨਹੀਂ ਹੁੰਦਾ। ਹਾਲਾਂਕਿ ਅਸੀਂ ਕਰੀਅਰ ਜਿਹੜੀ ਕਾਉਂਸਲਿੰਗ ਹੈ, ਗਾਈਡੈਂਸ ਹੈ, ਆਪਾਂ ਬਹੁਤ ਦਈਦਾ ਹੈ ਜੀ। ਸਰਕਾਰ ਟੀਵੀ ਦੇ ਦੁਆਰਾ, ਪ੍ਰੋਗਰਾਮ ਦੇ ਦੁਆਰਾ ਵੱਖ-ਵੱਖ ਸਮੇਂ ਤੇ ਵਿਦਿਆਰਥੀਆਂ ਨੂੰ ਗਾਈਡ ਕਰਨ ਲਈ ਆਪਣੇ ਪ੍ਰੋਗਰਾਮਸ ਕੱਢਦੀ ਰਹਿੰਦੀ ਹੈ। ਪਰ ਫਿਰ ਵੀ ਜਿਹੜੇ ਬੱਚੇ ਹੈ ਜਦੋਂ ਐਡਮਿਸ਼ਨ ਲੈਂਦੇ ਉਹ ਕਿਤੇ ਨਾ ਕਿਤੇ ਕਨਫਿਊਜ਼ ਹੋ ਜਾਂਦੇ ਆ। ਬਿਲਕੁਲ। ਤੇ ਇਸ ਕਨਫਿਊਜ਼ਨ ਨੂੰ ਦੂਰ ਕਰਨ ਲਈ ਜਾਂ ਬੱਚਿਆਂ ਨੂੰ ਹੋਰ ਵੀ ਆਰਾਮਦਾਇਕ ਉਹਨਾਂ ਨੂੰ ਹੈਲਪ ਕਰਨ ਲਈ ਜ਼ਿਆਦਾਤਰ ਜਿਹੜੇ ਕਾਲਜਸ ਹੈ ਉਹਨਾਂ ਨੇ ਕੀ ਕੀਤਾ ਹੁੰਦਾ ਹੈ ਕਿ 15 ਦਿਨ ਦਾ ਟਾਈਮ ਜਾਂ ਮਹੀਨੇ ਦਾ ਟਾਈਮ ਦਿੱਤਾ ਹੁੰਦਾ ਹੈ ਜਦੋਂ ਕਿ ਉਹ ਆਪਣੇ ਵਿਸ਼ੇ ਜਿਹੜੇ ਉਹ ਲੈ ਚੁੱਕੇ, ਜਦੋਂ ਉਹਨਾਂ ਨੂੰ ਬਦਲ ਸਕਦੇ ਨੇ। ਮਤਲਬ ਮੰਨ ਲਓ ਉਹਨਾਂ ਨੇ ਜੋ ਕੋਈ ਮੰਨ ਲਓ ਸਾਇੰਸ ਸਟਰੀਮ ਉਹ ਚਲੇ ਗਏ ਨੇ, ਹੁਣ ਉਹ ਕੰਫਰਟੇਬਲ ਨਹੀਂ ਫੀਲ ਕਰ ਰਹੇ ਤੇ ਉਹਨਾਂ ਨੂੰ ਕੁਝ ਟਾਈਮ ਪੀਰੀਅਡ ਹੁੰਦਾ ਜਦੋਂ ਦੇ ਕੈਨ ਸ਼ਿਫਟ ਜੀ। ਲੇਕਿਨ ਇਹਦੇ ਆਪਣੇ ਫਾਇਦੇ ਵੀ ਹੈ ਤੇ ਨੁਕਸਾਨ ਵੀ ਹੈ जी। मैं गल अगे कंटिन्यू कर सकते हो तुसीं। हाँ, ਇਹਦਾ ਫਾਇਦਾ ਤੇ ਇਹ ਹੁੰਦਾ ਹੈ ਕਿ ਚਲੋ ਬੱਚੇ ਨੂੰ ਟਾਈਮ ਮਿਲ ਜਾਂਦਾ ਕਿ ਮੈਂ ਉਹਨੂੰ ਆਪਸ਼ਨਸ ਮਿਲ ਜਾਂਦੀਆਂ ਕਿ ਇਹ 'ਚ ਮੈਂ ਨਹੀਂ ਫੀਲ ਠੀਕ ਕਰ ਰਿਹਾ ਤੇ ਆਈ ਕੈਨ ਮੈਂ ਕਿਤੇ ਹੋਰ ਸ਼ਿਫਟ ਕਰ ਸਕਦਾ ਜੀ। ਲੇਕਿਨ ਕਈ ਵਾਰੀ ਉਹ ਬੱਚਾ ਬੜਾ ਵਧੀਆ ਸੈੱਟ ਹੁੰਦਾ, ਉਹਦੇ ਲਈ ਸਾਰਾ ਕੁਝ ਬਹੁਤ ਵਧੀਆ ਹੁੰਦਾ, ਲੇਕਿਨ ਜਿਹੜਾ ਉਹਦਾ ਪੀਅਰ ਗਰੁੱਪ ਹੈ, ਜਿਹੜਾ ਉਹਦਾ ਫਰੈਂਡ ਸਰਕਲ ਹੈ, ਉਹ ਕਹਿੰਦੇ ਨਹੀਂ ਅਸੀਂ ਇਸ ਪੀਰੀਅਡ 'ਚ ਫ੍ਰੀ ਬੈਠਾਂਗੇ, ਅਸੀਂ ਕੈਂਟੀਨ ਜਾਵਾਂਗੇ, ਤੂੰ ਛੱਡ ਇਹ ਪੀਰੀਅਡ ਛੱਡ ਦੇ, ਤੂੰ ਇਹ ਲੈ ਲੈ, ਕਿਉਂਕਿ ਇਹ ਸਾਡੇ ਇਕੱਠੇ ਲੱਗ ਜਾਣਗੇ। ਉਸ ਚੱਕਰ 'ਚ ਆ ਕੇ ਕਈ ਵਾਰੀ ਜਿਹੜਾ ਬੱਚਾ ਹੈ ਆਪਣੇ ਕਰੀਅਰ ਨੂੰ ਐਟ ਸਟੇਕ ਰੱਖਦਾ ਹੈ। ਬਿਲਕੁਲ। ਔਰ ਕਈ ਵਾਰੀ ਨਾ ਇੱਕ ਚੀਜ਼ ਹੋਰ ਨਜ਼ਰੀ ਪੈਂਦੀ ਹੈ, ਕਈ ਬੱਚੇ ਤਾਂ ਬਹੁਤ ਖੁਸ਼ ਹੁੰਦੇ ਆ ਕਿ ਸ਼ਾਇਦ ਕਾਲਜ ਚਲੇ ਗਏ, ਆਜ਼ਾਦੀ ਆ ਜੀ, ਉੱਥੇ ਕਿਹੜਾ ਕੋਈ ਕੁਝ ਕਹਿੰਦਾ ਹੁੰਦਾ, ਹੁਣ ਤਾਂ ਯੂਨੀਫਾਰਮ ਵੀ ਨਹੀਂ ਲੱਗਣੀ, ਹੁਣ ਤਾਂ ਐਦਾਂ ਵੀ ਨਹੀਂ ਹੋਣਾ ਜਿੱਦਾਂ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕਿਹਾ ਸੀ। ਪਰ ਕੁਝ ਬੱਚੇ ਨਾ ਬੜੇ ਡਰਦੇ ਆ ਕਿ ਹਾਂ ਹੁਣ ਤਾਂ ਮੈਡਮਾਂ ਨੇ ਨੋਟਸ ਵੀ ਨਹੀਂ ਦੇਣੇ, ਕਾਲਜ ਤਾਂ ਕਹਿੰਦੇ ਆਪੇ ਪੜ੍ਹਨਾ ਹੁੰਦਾ। ਵਿਦਿਆਰਥੀ ਕਿਹੜੀਆਂ ਗੱਲਾਂ ਤੋਂ ਘਬਰਾ ਜਾਂਦੇ ਆ ਸ਼ੁਰੂਆਤੀ ਦਿਨਾਂ 'ਚ?
ਵਿਦਿਆਰਥੀਆਂ ਦੇ ਦੇਖੋ ਦੋ ਤਰ੍ਹਾਂ ਦੇ ਵਿਦਿਆਰਥੀ ਹੁੰਦੇ ਆ। ਜੀ। ਇੱਕ ਤੇ ਜਿਹੜੇ ਵਿਚਾਰੇ ਬਹੁਤ ਘਬਰਾ ਜਾਂਦੇ ਆ, ਇੱਕ ਜਿਹੜੇ ਬਹੁਤ ਜ਼ਿਆਦਾ ਖੁਸ਼ ਹੁੰਦੇ ਆ। ਠੀਕ ਹੈ, ਹੁਣ ਜਿਹੜੇ ਘਬਰਾਉਣ ਵਾਲੇ ਉਹਨਾਂ ਨੂੰ ਘਬਰਾਹਟ ਇਹ ਹੁੰਦੀ ਹੈ ਕਿ ਜਿਹੜੀ ਸਕੂਲ ਦੀ ਸੈਟਿੰਗ ਹੁੰਦੀ, ਜਿਹੜੀ 12ਵੀਂ ਦੀ ਸੈਟਿੰਗ ਹੁੰਦੀ, ਉਹ ਕਾਲਜ ਦੀ ਸੈਟਿੰਗ ਤੋਂ ਬਿਲਕੁਲ ਡਿਫਰੈਂਟ ਹੁੰਦੀ ਹੈ। ਜੀ। ਸਕੂਲ 'ਚ ਕੀ ਹੈ, ਤੁਸੀਂ ਇੱਕ ਕਮਰੇ 'ਚ ਬੈਠੇ ਹੋ, ਉੱਥੇ ਟੀਚਰ ਨੇ ਆਈ ਜਾਣਾ ਹੈ। ਹੁਣ ਕਾਲਜ 'ਚ ਕੀ ਹੈ ਕਿ ਤੁਹਾਨੂੰ ਕਮਰੇ ਅਲੱਗ-ਅਲੱਗ ਜਗ੍ਹਾ ਤੇ ਬਦਲ ਕੇ ਕੋਈ ਸਬਜੈਕਟ ਕਿਸੇ ਕਮਰੇ 'ਚ ਚੱਲ ਰਿਹਾ ਹੈ, ਕੋਈ ਕਿਸੇ 'ਚ ਚੱਲ ਰਿਹਾ, ਤੁਹਾਨੂੰ ਭੱਜ ਕੇ ਇੱਕ ਕਮਰੇ ਤੋਂ ਦੂਸਰੇ ਕਮਰੇ 'ਚ ਜਾਣਾ ਪੈਂਦਾ ਹੈ। ਕਈ ਵਾਰੀ ਲਗਾਤਾਰ ਪੀਰੀਅਡ ਲੱਗੇ ਹੁੰਦੇ ਔਰ ਮੋਰਓਵਰ ਕਾਲਜ ਇੰਨਾ ਵੱਡਾ ਹੁੰਦਾ ਹੈ ਜੀ ਕਿ ਬੱਚਿਆਂ ਨੂੰ 15-20 ਦਿਨ ਤਾਂ ਲੱਗ ਜਾਂਦੇ ਉਹਦੇ ਇੱਕ ਕਾਰਨਰ ਨੂੰ ਸਮਝਣ ਲਈ, ਕਿਉਂਕਿ ਸਕੂਲ ਜਿਹੜਾ ਇੱਕ ਉਹਦੇ 'ਚ ਇੱਕ ਬੜਾ ਕੰਟਰੋਲਡ এনवायरमेंट ਹੁੰਦਾ ਹੈ। ਜੀ। ਕਾਲਜ ਵਿੱਚ ਜਿਹੜਾ এনवायरमेंट ਹੈ ਬੜਾ ਹੀ ਅਨਕੰਟਰੋਲਡ ਹੁੰਦਾ ਹੈ ਤੇ ਉਹ ਜਿਹੜਾ ਅਨਕੰਟਰੋਲਡ এনवायरमेंट ਹੁੰਦਾ ਨਾ, ਉਹਦੇ 'ਚ ਕੁਝ ਬੱਚੇ ਤਾਂ ਘਬਰਾ ਜਾਂਦੇ ਨੇ ਜੀ। ਲੇਕਿਨ ਜ਼ਿਆਦਾਤਰ ਬੱਚੇ ਜਿਹੜੇ ਅੱਜ ਦੇ ਕਾਫੀ ਸਮਾਰਟ ਨੇ। ਮੈਨੂੰ 21 ਸਾਲ ਹੋ ਗਏ ਪੜ੍ਹਾਉਂਦੇ ਉਹਨੂੰ, ਠੀਕ ਹੈ ਜੀ। ਮੈਂ ਹੁਣ ਕਾਫੀ ਚੇਂਜ ਦੇਖ ਰਹੀ ਹਾਂ। ਪਹਿਲੇ ਦੇ ਬੱਚੇ ਬਹੁਤ ਘਬਰਾਏ ਹੋਏ ਹੁੰਦੇ ਸੀਗੇ, ਹੁਣ ਦੀ ਜਿਹੜੀ ਸਾਡੀ ਜਨਰੇਸ਼ਨ ਨਾ ਬੜੀ ਕੌਨਫੀਡੈਂਟ ਹੈ, ਸਮਾਰਟ ਹੈ, ਐਕਸਪਲੋਰ ਕਰਦੇ ਹੈ, ਇੰਜੋਏ ਕਰਦੇ ਆ। ਕਈ ਵਾਰੀ ਪਤਾ ਕੀ ਹੁੰਦਾ, ਜਦੋਂ ਅਸੀਂ ਨਵੇਂ ਕਾਲਜ ਲੱਗੇ ਸੀ ਨਾ, ਜਾਂ ਅਸੀਂ ਵੀ ਪੜ੍ਹਦੇ ਹੁੰਦੇ ਸੀ ਜਦੋਂ ਸਟੂਡੈਂਟ ਹੁੰਦੇ ਸੀ, ਕਹਿਣਾ ਇਹ ਮੈਡਮ ਤਾਂ ਡਰਾਉਂਦੀ ਰਹਿੰਦੀ ਹੈ, ਇਹਦੇ ਕੋਲ ਨਹੀਂ ਪੜ੍ਹਨਾ, ਬਸ ਬਾਬਾ ਜੀ ਸਾਡਾ ਜਿਹੜਾ ਪੀਰੀਅਡ ਆ ਨਾ, ਇਹ ਡਰਾਉਣ ਵਾਲੀ ਮੈਡਮ ਦੀ ਛੁੱਟੀ ਹੋ ਜਾਵੇ। ਤੇ ਕਈ ਜਿਹੜੇ ਆ ਉਹ ਹੁੰਦੇ ਸੀ ਇੰਨੇ ਹਸਮੁਖ ਸੁਭਾਅ ਦੇ ਅਧਿਆਪਕ, ਅਸੀਂ ਭੱਜੇ ਜਾਣਾ। ਸੋ ਅਧਿਆਪਕ ਦਾ ਵਿਦਿਆਰਥੀ ਨੂੰ ਡਰਾਉਣ ਦਾ ਜਿਹੜਾ ਲੈਵਲ ਆ ਉਹ ਕਿੰਨਾ ਕੁ ਹੋਣਾ ਚਾਹੀਦਾ, ਇਹ ਤਾਲਮੇਲ ਕਿੱਦਾਂ ਹੋਵੇ? ਦੇਖੋ ਵਰੁਣ ਜੀ, ਤੁਸੀਂ ਜਿਹੜੀ ਗੱਲ ਕਰ ਰਹੇ ਨਾ ਡਰਨ ਦੀ, ਇਹ ਪੁਰਾਣਾ ਸਮੇਂ ਹੁੰਦਾ ਸੀ। ਹੁਣ ਅੱਜ ਦੇਖੋ ਸਾਰੇ ਤੇ ਕੈਨੇਡਾ ਤੁਰੇ ਹੋਏ ਆ ਹਨਾ। ਤੇ ਜਿਹੜੇ ਵਿਦਿਆਰਥੀ ਸਾਡੇ ਕੋਲ ਆਉਂਦੇ ਆ, ਸਾਡੀ ਇਹ ਕੋਸ਼ਿਸ਼ ਹੁੰਦੀ ਹੈ, ਔਰ ਅੱਜ ਦਾ ਸਮੇਂ ਬਦਲ ਗਿਆ ਜੀ। ਹੁਣ ਡਰਾ ਕੇ ਤੁਸੀਂ ਨਹੀਂ ਕਰ ਸਕਦੇ ਹਨਾ, ਫਿਰ ਵੀ ਹਾਂ ਡਰਾਵਾ ਜ਼ਰੂਰੀ ਹੈ। ਮਤਲਬ ਬਹੁਤ ਮਾਈਲਡ ਹੋ ਗਿਆ ਹੁਣ, ਜਿਹੜਾ ਡਰਾਵੇ ਵਾਲਾ ਜਿਹੜਾ ਸੀਗਾ ਕਾਫੀ ਹੁਣ ਮਾਈਲਡ ਹੋ ਗਿਆ। ਬਿਲਕੁਲ। ਔਰ ਜੀ ਜਦੋਂ ਹਨਾ ਤੁਸੀਂ ਡਰਾਵੇ ਵਾਲੀ ਗੱਲ ਕੀਤੀ ਹੈ, ਪਰ ਫਿਰ ਵੀ ਜਿੱਦਾਂ ਬੱਚਿਆਂ ਦੇ ਦਿਲ 'ਚ ਤਾਂ ਆਉਂਦਾ ਹੀ ਆ, ਨੈਚੁਰਲੀ ਇੱਕ ਗੁਰੂ ਦਾ ਸਤਿਕਾਰ ਹੋਣਾ ਤਾਂ ਜ਼ਰੂਰੀ ਆ ਹਨਾ, ਪਰ ਗੁਰੂ ਦੇ ਵੱਲੋਂ ਥੋੜਾ ਪੋਲਾਈਟ ਹੋਣਾ ਵੀ ਮੈਂ ਆਪਣੇ ਪੱਖ ਦੀ ਗੱਲ ਕਰੀ ਜਾਂਦੀ ਹਾਂ ਨਾ ਮੈਡਮ ਹੋਰੇ, ਸਾਨੂੰ ਨਾ ਇੱਕ ਬੜਾ ਹੀ ਮਤਲਬ ਮੁਸ਼ਕਿਲ ਹੁੰਦਾ ਬੈਲੈਂਸ ਮੇਨਟੇਨ ਕਰਨਾ। ਤੁਹਾਨੂੰ ਪਹਿਲੇ ਤਾਂ ਡਾਂਟਣਾ ਪੈਂਦਾ, ਤੇ 5 ਮਿੰਟ ਬਾਅਦ ਫਿਰ ਤੁਹਾਨੂੰ ਨਾ ਉਹਦੇ ਨਾਲ ਹੱਸ ਕੇ ਵੀ ਗੱਲ ਕਰਨੀ ਪੈਂਦੀ ਹੈ, ਤਾਂ ਕਿ ਗੱਡੀ ਚੱਲਦੀ ਰਹੇ, ਗੱਡੀ ਰੁਕ ਨਾ ਜਾਵੇ ਕਿਉਂਕਿ ਜੇ ਗੱਡੀ ਰੁਕ ਗਈ ਤੇ ਫਿਰ ਸਵਾਰੀਆਂ ਨੇ ਪਹੁੰਚਣਾ ਨਹੀਂ ਹਨਾ, ਤੇ ਫਿਰ ਬੜੀ ਮੁਸ਼ਕਿਲ ਹੋ ਜਾਂਦੀ ਹੈ। ਜਦੋਂ ਅਸੀਂ ਸਟੂਡੈਂਟ ਬਿਹੇਵੀਅਰ ਦੀਆਂ ਗੱਲਾਂ ਕਰਦੇ ਹਾਂ, ਤੇ ਪਹਿਲਾਂ ਤਾਂ ਮੈਂ ਚਾਹੁੰਦੀ ਇੱਕ ਵਾਰੀ ਆਪਾਂ ਸਟੂਡੈਂਟ ਬਿਹੇਵੀਅਰ ਹੁੰਦਾ ਕੀ ਆ ਉਹ ਦੱਸ ਦਈਏ। ਦੇਖੋ ਜਿਹੜਾ ਸਟੂਡੈਂਟ ਨਾ ਵਿਚਾਰੇ ਬੜੇ ਨਾਜ਼ੁਕ ਜਿਹੇ ਹੁੰਦੇ ਜਦੋਂ ਸਕੂਲਾਂ ਚੋਂ ਨਿਕਲ ਕੇ ਆਉਂਦੇ ਜੀ। ਉਹਨਾਂ ਦਾ ਬਿਹੇਵੀਅਰ ਨਾ ਬਹੁਤ ਚੀਜ਼ਾਂ ਤੇ ਡਿਪੈਂਡ ਕਰਦਾ ਹੈ, ਕਿੱਦਾਂ ਦੀ ਫੈਮਿਲੀ ਤੋਂ ਹੈ ਜੀ, ਫੈਮਿਲੀ 'ਚ ਉਹਨਾਂ ਨੂੰ ਕਿੱਦਾਂ ਦਾ ਮਾਹੌਲ ਮਿਲਿਆ, ਬਿਲਕੁਲ ਉਹਨਾਂ ਦਾ ਫਰੈਂਡ ਸਰਕਲ ਕਿੱਦਾਂ ਦਾ ਜੀ, ਠੀਕ ਹੈ, ਔਰ ਉਹ ਕਿੱਦਾਂ ਦੇ ਕਿਸ ਲੈਵਲ ਦਾ ਵਿਦਿਆਰਥੀ ਹੈ ਜੀ। ਔਰ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਬਿਹੇਵੀਅਰ ਤੇ ਅਸਰ ਪੈਂਦਾ ਉਹ ਸੋਸ਼ਲ ਮੀਡੀਆ ਦਾ ਪੈਂਦਾ ਜੀ, ਕਿਉਂਕਿ ਅੱਜ ਦਾ ਜਿਹੜਾ ਬੱਚਾ ਹੈ, ਠੀਕ ਹੈ, ਉਹਦੇ ਜਿਹੜੇ ਦਿਲ ਦੀ ਧੜਕਨ ਹੈ ਮੋਬਾਈਲ ਹੈ, ਠੀਕ ਹੈ, ਉਹ ਕਿਸ ਤਰ੍ਹਾਂ ਦੇ ਐਪਸ ਦੇਖ ਰਿਹਾ, ਕਿੱਦਾਂ ਦੇਖ ਰਿਹਾ ਹੈ, ਔਰ ਉਹਦਾ ਵੀ ਬਹੁਤ ਹੀ ਅਸਰ ਪੈਂਦਾ। ਹੋਰ ਵੀ ਬਹੁਤ ਕਾਰਨ ਨੇ, ਅੱਛਾ ਜੀ, ਜੇ ਅਸੀਂ ਗਿਣੀਏ ਤੇ ਮਤਲਬ ਬਹੁਤ ਜ਼ਿਆਦਾ ਕਾਰਨ ਹੈ, ਲੇਕਿਨ ਇਹ ਜਿਹੜਾ ਬਿਹੇਵੀਅਰ ਹੈ ਕਾਲਜ 'ਚ ਆ ਕੇ ਡੈਫੀਨੇਟਲੀ ਚੇਂਜ ਹੋ ਜਾਂਦਾ ਹੈ, ਪੋਜ਼ਿਟਿਵਲੀ ਚੇਂਜ ਹੁੰਦਾ ਹੈ। ਕਿਹੜੀਆਂ ਆਪਾਂ ਚੀਜ਼ਾਂ ਉਹ ਰੱਖ ਸਕਦੇ ਹਾਂ ਵਿਦਿਆਰਥੀ ਦੀਆਂ, ਜਿਨ੍ਹਾਂ ਨੂੰ ਉਹ ਅਪਣਾ ਸਕੇ ਆਪਣੇ ਵਤੀਰੇ ਦੇ ਵਿੱਚ, ਕਿਹੜੀਆਂ ਨੂੰ ਛੱਡ ਸਕੇ ਆਪਣੇ ਬਿਹੇਵੀਅਰ ਦੇ ਵਿੱਚ? ਕਿਉਂਕਿ ਹੁੰਦਾ ਨਾ ਕਿ ਕੁਝ ਬੱਚਿਆਂ ਨੂੰ ਆਪਾਂ ਕਹਿੰਦਾ ਨਹੀਂ ਤੂੰ ਆਹ ਕਰ ਲਾ, ਇਹ ਕਿੱਦਾਂ ਕਰ ਦਿਓ ਫਿਰ ਮੈਨੇਜ? ਇਹ ਦੇਖੋ ਜੀ, ਮੈਨੇਜ ਕਰਨਾ ਬਹੁਤ ਹੀ ਔਖਾ ਹੁੰਦਾ ਹੈ, ਕਿਉਂਕਿ ਕਾਲਜ ਵਿੱਚ ਤੁਹਾਡੇ ਕੋਲ ਡਿਫਰੈਂਟ ਬੈਕਗ੍ਰਾਉਂਡਸ ਜੀ, ਡਿਫਰੈਂਟ ਲੈਂਗੁਏਜਸ ਤੋਂ ਬੱਚੇ ਆਉਂਦੇ, ਡਿਫਰੈਂਟ ਬੋਰਡਸ ਤੋਂ ਆਉਂਦੇ ਹੈ, ਠੀਕ ਹੈ, ਤੇ ਬਹੁਤ ਜ਼ਿਆਦਾ ਮਤਲਬ ਸਾਡੇ ਲਈ ਪ੍ਰੋਬਲਮ ਹੁੰਦੀ ਹੈ ਜੀ। ਹੁਣ ਅਸੀਂ ਕੀ ਕਰੀਦਾ, ਅਸੀਂ ਉਹਨਾਂ ਨੂੰ ਇਕੱਠੇ ਬਿਠਾਈਦਾ, ਠੀਕ ਹੈ, ਸਾਡਾ ਇੱਕ ਪਹਿਲੇ ਦਿਨ ਜਿਹੜਾ ਆਈਸ ਬ੍ਰੇਕਿੰਗ ਸੈਸ਼ਨ ਹੁੰਦਾ ਹੈ ਜੀ, ਜਦੋਂ ਅਸੀਂ ਉਹਨਾਂ ਨੂੰ ਪਹਿਲੇ ਤਾਂ ਇੱਕਦਮ ਮਤਲਬ ਬਿਲਕੁਲ ਫ੍ਰੀ ਫੀਲ ਕਰਾਉਣਾ ਹੁੰਦਾ ਜੀ, ਠੀਕ ਹੈ, ਤੇ ਅਸੀਂ ਫਾਰਮਲੀ ਨਹੀਂ ਇਨਫਾਰਮਲ ਜਿਹੜੀਆਂ ਗੱਲਾਂ ਬਾਤਾਂ ਜ਼ਿਆਦਾ ਕਰੀਦੀਆਂ ਜੀ। ਜਿੱਦਾਂ ਅਸੀਂ ਉਹਨਾਂ ਨੂੰ ਇਹ ਨਹੀਂ ਕਹਿੰਦੇ ਕਿ ਆਪਣੇ ਇੰਟਰੋਡਕਸ਼ਨ ਦਿਓ, ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਕਿ ਦੱਸੋ ਜੀ ਤੁਹਾਨੂੰ ਕਲਾਸ 'ਚ, ਠੀਕ ਹੈ, ਕੀ ਸਭ ਤੋਂ ਅੱਛਾ ਲੱਗਾ, ਤੁਹਾਨੂੰ ਟੀਚਰ ਅੱਛੀ ਲੱਗਦੀ ਵੀ, ਬਲੈਕ ਬੋਰਡ ਅੱਛੀ ਲੱਗਦੀ ਵੀ, ਕੀ ਤੁਹਾਨੂੰ ਇਹ ਕਮਰਾ ਲੱਭ ਗਿਆ ਜਦੋਂ ਤੁਸੀਂ ਆ ਰਹੇ ਸੀਗੇ? ਤੇ ਇਹੋ ਜਿਹੀਆਂ ਗੱਲਾਂ ਕਰਕੇ ਅਸੀਂ ਉਹਨਾਂ ਨੂੰ ਕੰਫਰਟੇਬਲ ਫੀਲ ਕਰਾਈਦਾ। ਫਿਰ ਦੂਸਰੇ ਤੀਸਰੇ ਦਿਨ ਅਸੀਂ ਫਿਰ ਉਹਨਾਂ ਦੇ ਇੰਟਰੋਡਕਟਰੀ ਸੈਸ਼ਨ ਤੇ ਆਈਦਾ ਜੀ। ਫਿਰ ਜਦੋਂ ਅਸੀਂ ਸਟੂਡੈਂਟ ਬਿਹੇਵੀਅਰ ਦੀ ਗੱਲ ਕਰ ਲੈਂਦੇ ਹਾਂ ਜਾਂ ਫਿਰ ਵਿਦਿਆਰਥੀਆਂ ਦੇ ਨਾਲ ਤਾਲਮੇਲ ਦੀ ਗੱਲ ਕਰ ਲੈਂਦੇ ਹਾਂ, ਤੁਸੀਂ ਵਿੱਚ ਫੋਨ ਦੀ ਵੀ ਗੱਲ ਕੀਤੀ ਹੈ, ਸੋ ਅੱਜ ਦੀ ਤਰੀਕ 'ਚ ਫੋਨ ਦੀ ਗੱਲ ਚੱਲ ਪਈ ਹੈ, ਮੈਂ ਤਾਂ ਨਾਲ ਲੱਗਦੀ ਹੈ ਗੱਲ ਜੋੜ ਰਹੀ ਹਾਂ।
ਵਿਦਿਆਰਥੀ ਲਾਇਬ੍ਰੇਰੀ ਦੇ ਵੱਲ ਘੱਟ ਨਹੀਂ ਰਹੇ, ਫੋਨ ਵੱਲ ਜ਼ਿਆਦਾ ਨਹੀਂ ਹੋ ਰਹੇ? ਦੇਖੋ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਤੁਸੀਂ ਜਿੰਨੀਆਂ ਵੀ ਅੱਜ ਰਿਸਰਚਸ ਕੱਢ ਕੇ ਦੇਖ ਲਓ, ਭਾਵੇਂ ਉਹ ਫੋਰਨ ਕੰਟਰੀਜ਼ ਨੇ ਜਾਂ ਇੰਡੀਆ, ਅੱਜ ਕੱਲ ਲਾਇਬ੍ਰੇਰੀ ਦੇ ਵੱਲ ਰੁਝਾਨ ਜਿਹੜਾ ਥੋੜਾ ਘਟਿਆ ਹੈ, ਕਿਉਂਕਿ ਮੋਬਾਈਲ ਤੇ ਹੀ ਇੰਨੀਆਂ ਜ਼ਿਆਦਾ ਐਪਸ ਹੈ। ਲੇਕਿਨ ਜਿਹੜੀ ਗਵਰਨਮੈਂਟ ਆਫ ਇੰਡੀਆ, ਜਿਹੜੀ ਸਾਡੀ ਗਵਰਨਮੈਂਟ ਨੇ ਬਹੁਤ ਸਾਰੇ ਸਟੂਡੈਂਟ ਫ੍ਰੈਂਡਲੀ ਐਪਸ ਬਣਾਈਆਂ ਜੀ। ਮੋਬਾਈਲ ਦਾ ਮਤਲਬ ਇਹ ਨਹੀਂ ਕਿ ਵਿਦਿਆਰਥੀ ਉਹਦਾ ਮਾੜਾ ਹੀ ਇਸਤੇਮਾਲ ਕਰ ਰਿਹਾ, ਨਹੀਂ, ਉਹਦਾ ਬਹੁਤ ਚੰਗਾ ਇਸਤੇਮਾਲ ਵੀ ਹੋ ਰਿਹਾ ਹੈ। ਜਿੰਨੀ ਵੀ ਸਾਡੀ ਡਾਕੂਮੈਂਟੇਸ਼ਨ ਹੈ ਜਾਂ ਜਿੰਨਾ ਵੀ ਸਾਨੂੰ ਜੋ ਵੀ ਸਾਡਾ ਫਾਈਲਾਂ ਮੇਨਟੇਨ ਕਰਨੀਆਂ, ਉਹ ਅੱਜ ਜਿਹੜਾ ਵਿਦਿਆਰਥੀ ਹੈ ਮੋਬਾਈਲ ਤੇ ਕਰਦਾ ਹੈ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਲੇਕਿਨ ਇਹ ਨਹੀਂ ਕਿ ਲਾਇਬ੍ਰੇਰੀ ਖਾਲੀ ਹੋ ਗਈਆਂ, ਲਾਇਬ੍ਰੇਰੀ ਖਾਲੀ ਨਹੀਂ ਹੋਈਆਂ। ਜਿਹੜੇ ਪਹਿਲੇ ਤਾਂ ਹਰ ਕੋਈ ਬੰਦੇ ਨੂੰ ਲਾਇਬ੍ਰੇਰੀ ਜਾਣਾ ਪੈਂਦਾ ਸੀਗਾ, ਹੁਣ ਲਾਇਬ੍ਰੇਰੀ ਉਹਨਾਂ ਨੇ ਜਾਣਾ ਜਿਹੜੇ ਮਤਲਬ ਥੋੜਾ ਇੱਕ ਉੱਪਰ ਲੈਵਲ ਦਾ ਜਿਹੜਾ ਸਟੂਡੈਂਟ ਹੁੰਦਾ ਹੈ ਜੀ। ਲੇਕਿਨ ਮੋਬਾਈਲ ਤੇ ਹੀ ਸਟੂਡੈਂਟ ਇਹ ਕੋਸ਼ਿਸ਼ ਕਰਦਾ ਹੈ ਜੋ ਉਹਦੀਆਂ ਐਕੈਡੈਮਿਕ ਜ਼ਰੂਰਤਾਂ ਨੇ ਉਹਨਾਂ ਨੂੰ ਮੋਬਾਈਲਸ ਦੇ ਡਿਫਰੈਂਟ ਜਿਹੜੀਆਂ ਸਟੱਡੀ ਐਪਸ ਹੈ ਉਹਨਾਂ ਦੇ ਦੁਆਰਾ ਉਹ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਕਿੰਨੇ ਸਾਰੇ ਵਿਦਿਆਰਥੀ ਹੋਣਗੇ ਜਿਹੜੇ ਜਦੋਂ ਕਾਲਜ ਦੇ ਵਿੱਚ ਆਉਂਦੇ ਆ ਤੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਅਸੀਂ ਬਣਨਾ ਕੀ ਹੈ, ਤੇ ਕਿੰਨੇ ਸਾਰੇ ਇਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਸਿਰਫ ਇੰਨਾ ਪਤਾ ਹੁੰਦਾ ਕਿ ਕਾਲਜ ਦੇ ਵਿੱਚ ਪੜ੍ਹਾਈ ਜ਼ਰੂਰੀ ਆ, ਅਸੀਂ ਤਾਂ ਪੜ੍ਹ ਰਹੇ ਹਾਂ, ਅਸੀਂ ਬਣਨਾ ਕੀ ਸਾਨੂੰ ਇਹ ਨਹੀਂ ਪਤਾ। ਕਿੰਨੇ ਬੱਚੇ ਅੱਜ ਦੀ ਤਰੀਕ ਦੇ ਵਿੱਚ ਤੁਹਾਡੇ ਕੋਲ ਆਉਂਦੇ ਆ ਜਿਹੜੇ ਆਪਣੇ ਵਿਜ਼ਨ ਨੂੰ ਲੈ ਕੇ, ਆਪਣੇ ਭਵਿੱਖ ਨੂੰ ਲੈ ਕੇ, ਆਪਣੇ ਸੁਪਨਿਆਂ ਨੂੰ ਲੈ ਕੇ ਪੂਰੀ ਤਰ੍ਹਾਂ ਕਲੀਅਰ ਆ, ਜਿਨ੍ਹਾਂ ਨੂੰ ਪਤਾ ਅਸੀਂ ਕੁਝ ਬਣਨਾ? ਦੇਖੋ ਏਦਾਂ ਹੈ ਕਿ ਜਦੋਂ ਮੈਂ ਸਟਾਰਟਿੰਗ 'ਚ ਪੜ੍ਹਾਉਣਾ ਸ਼ੁਰੂ ਕੀਤਾ ਸੀਗਾ ਤੇ ਪੜ੍ਹਾਈ ਨੂੰ ਸਿਰਫ ਨਾ ਇੱਕ ਖਾਸ ਕਰ ਕੁੜੀਆਂ ਦੇ ਕਾਲਜ ਪੜ੍ਹਾਈ ਨੂੰ ਸਿਰਫ ਇੱਕ ਮੈਟਰੀਮੋਨੀਅਲ ਐਸਪੈਕਟ ਤੱਕ ਲਿਮਿਟਡ ਰੱਖਿਆ ਜਾਂਦਾ ਸੀ ਕਿ ਜੇ ਅਸੀਂ ਐਮਏ ਇੰਗਲਿਸ਼ ਕਰ ਲਾਂਗੇ ਸਾਨੂੰ ਵਧੀਆ ਮੁੰਡਾ ਮਿਲ ਜਾਏਗਾ, ਅੱਛਾ ਜੀ, ਸਾਡਾ ਵਿਆਹ ਥੋੜੇ ਅੱਛੇ ਘਰ 'ਚ ਹੋ ਜਾਏਗਾ। ਇਹ ਮੈਂ 15 ਸਾਲ ਪੁਰਾਣੀ ਗੱਲ ਕਰ ਰਹੀ ਜੀ। ਹੁਣ ਜਿਹੜਾ ਸੀਨ ਹੈ, ਟ੍ਰੈਂਡ ਹੈ, ਸਿਨੈਰੀਓ ਟੋਟਲੀ ਚੇਂਜਡ ਜੀ। ਅੱਜ ਦਾ ਜਿਹੜਾ ਵਿਦਿਆਰਥੀ ਹੈ ਬੜਾ ਹੀ ਜਾਗਰੂਕ ਹੈ। ਜੇ ਮੈਂ ਕੁੜੀਆਂ ਦੀ ਗੱਲ ਕਰਾਂ, ਕੁੜੀਆਂ ਇਹ ਸੁਪਨਾ ਲੈ ਕੇ ਆਉਂਦੀਆਂ ਕਿ ਅਸੀਂ ਕਰੀਅਰ ਬਣਾਣਾ ਹੀ ਬਣਾਣਾ ਔਰ ਅਸੀਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣਾ ਹੀ ਹੋਣਾ ਜੀ। ਉਹਨਾਂ ਦੇ ਵਿਜ਼ਨ 'ਚ ਬੜੀ ਕਲੈਰਿਟੀ ਹੁੰਦੀ ਹੈ, ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਕੀ ਕਰਨਾ ਹੈ ਜੀ, ਕਿਵੇਂ ਕਰਨਾ ਹੈ, ਕਿੱਦਾਂ ਕਰਨਾ, ਉਹਨਾਂ ਕੋਲ ਪੂਰਾ ਰੋਡ ਮੈਪ ਹੁੰਦਾ, ਤਿਆਰ ਹੁੰਦਾ ਹੈ, ਜਿਹੜੀ ਕਿ ਇੱਕ ਬਹੁਤ ਹੀ ਅੱਛੀ ਗੱਲ ਹੈ ਜਿਹੜੇ ਸਾਡੇ ਸੋਸਾਇਟੀ 'ਚ ਪਰਿਵਰਤਨ ਆ ਰਿਹਾ ਜੀ। ਖਾਸ ਕਰ ਅਗਰ ਮੈਂ ਗਰਲਸ ਦੀ ਗੱਲ ਕਰਾਂ, ਜਦੋਂ ਅਸੀਂ ਗੱਲ ਕਰਦੇ ਨਾ ਕਰੀਅਰ ਦੀ, ਬਹੁਤ ਸਾਰੇ ਮੈਂ ਖੁਦ ਅੱਖੀ ਬੱਚੇ ਦੇਖੇ ਆ ਜਿਨ੍ਹਾਂ ਦਾ +2 ਤੋਂ ਬਾਅਦ ਪੜ੍ਹਾਈ ਦਾ ਮਤਲਬ ਕੇਵਲ ਤੇ ਕੇਵਲ ਇੱਕ ਆਇਲਸ ਕਰਨ ਦੇ ਲਈ ਗੈਪ ਪਾਉਣਾ ਰਹਿ ਗਿਆ। ਇਦਾਂ ਦੀ ਤਾਦਾਦ ਕਿੰਨੀ ਕੁ ਵਧੀਆ, ਕਿਉਂਕਿ ਜੇ ਤੁਸੀਂ ਆਇਲਸ ਵੀ ਕਰਦੇ ਹੋ, ਉੱਥੇ ਜਾ ਕੇ ਵੀ ਪੜੋਗੇ, ਬਣੋਗੇ ਤਾਂ ਉੱਥੇ ਜਾ ਕੇ ਵੀ ਕੁਝ ਨਾ। ਆਇਲਸ ਕੱਲਾ ਆਪਣਾ ਸੁਪਨਾ ਥੋੜੀ ਹੈ। ਸਹੀ ਕਹਿ ਰਹੇ। ਇਦਾਂ ਦਾ ਕੀ ਅੱਜ ਕੱਲ ਸਿਨੈਰੀਓ ਚੱਲ ਰਿਹਾ ਦੇਖਣ ਨੂੰ? ਬਰੁਣ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਸਿਨੈਰੀਓ ਤਾਂ ਦੇਖੋ ਆਇਲਸ ਦਾ ਹੀ ਚੱਲਦਾ ਪਿਆ ਜੀ, ਠੀਕ ਹੈ। ਲੇਕਿਨ ਫਿਰ ਵੀ ਲਗਭਗ 30 to 40% ਸਟੂਡੈਂਟ ਇਹੋ ਜਿਹੇ ਹੁੰਦੇ ਨੇ ਜੀ ਜਿਨ੍ਹਾਂ ਜਿਹੜੇ ਆਇਲਸ ਤੋਂ ਇਲਾਵਾ ਵੀ ਉਹਨਾਂ ਦੇ ਕੈਰੀਅਰ ਆਪਸ਼ਨਸ ਹੁੰਦੇ। ਔਰ ਮਜ਼ੇ ਦੀ ਗੱਲ ਹੈ ਕਿ ਜਦੋਂ ਪੁਰਾਣੇ ਸਟੂਡੈਂਟਸ ਹੁੰਦੇ ਸੀ, ਜੇ ਮੈਂ ਪੁਰਾਣੀ ਗੱਲ ਦੱਸਾਂ, ਸਿੱਧਾ ਹੀ ਕਹਿੰਦੇ ਸੀ ਮੈਡਮ ਅਸੀਂ ਨਾ ਕਿ ਆਈਏਐਸ ਕਲੀਅਰ ਕਰਨਾ ਜੀ। ਹੁਣ ਦੇ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਸਮਝ ਹੈ ਜੀ, ਉਹ ਸਟੈਪ 1 2 3 4 ਏਦਾਂ ਸ਼ੁਰੂ ਕਰਦੇ ਹੈ। ਮਤਲਬ ਉਹਨਾਂ ਨੇ ਆਪਸ਼ਨਸ ਆਪਣੇ ਲਈ ਬਹੁਤ ਰੱਖੀਆਂ ਹੋਈਆਂ ਜੀ। ਜੇ ਉਹ ਆਈਏਐਸ ਹੈ ਤਾਂ ਫਿਰ ਉਹ ਪੀਸੀਐਸ ਦਾ ਵੀ ਰੱਖਿਆ ਹੋਇਆ ਹੈ। ਜੇ ਪੀਸੀਐਸ ਹੈ ਤੇ ਫਿਰ ਜੇ ਰੇਲਵੇ ਦੀਆਂ ਜਿੱਦਾਂ ਜੌਬਸ ਹੈ ਹਨਾ, ਜਾਂ ਫਿਰ LIC ਹੈ, ਜਾਂ ਫਿਰ ਹੋਰ ਇਦਾਂ ਦੀਆਂ ਆਪਸ਼ਨਸ ਹੈ, ਤਾਂ ਉਹ ਸਾਰਾ ਨੂੰ ਉਹਨਾਂ ਨੂੰ ਮਤਲਬ ਉਹਨਾਂ ਨੂੰ ਪਤਾ ਹੈ ਕਿ ਕੰਪੀਟੀਸ਼ਨ ਕਿੰਨਾ ਹੈ, ਕਿਵੇਂ ਹੈ, ਔਰ ਅਸੀਂ ਸਾਰੀਆਂ ਆਪਸ਼ਨਸ ਓਪਨ ਰੱਖ ਕੇ ਚੱਲਣੀਆਂ ਜੀ, ਜਿਹੜੀ ਕਿ ਇੱਕ ਬਹੁਤ ਵਧੀਆ ਗੱਲ ਹੈ। ਆਮ ਤੌਰ ਤੇ ਜਦੋਂ ਅਸੀਂ ਸਕੂਲ ਕਾਲਜ ਦੇ ਵਿੱਚ ਹੁੰਦੇ ਆ, ਸਾਨੂੰ ਨਾਲ ਤੇ ਨਾਲ ਟੀਚਰਸ ਕਹਿੰਦੇ ਆ NCC ਜੁਆਇਨ ਕਰ ਲਓ, NSS ਜੁਆਇਨ ਕਰ ਲਓ, ਤੇ ਕਾਲਜ ਪੱਧਰ ਤੇ ਆ ਕੇ ਇਹਦਾ ਲੈਵਲ ਥੋੜਾ ਉੱਚੇ ਹੋ ਜਾਂਦਾ। ਸਕੂਲ 'ਚ ਤਾਂ ਤੁਸੀਂ ਸਕੂਲ ਪੱਧਰ ਤੇ ਹੁੰਦੇ ਹੋ, ਕਾਲਜ ਲੈਵਲ ਤੇ ਆ ਕੇ ਤੁਸੀਂ ਬਾਹਰ ਕੈਂਪ ਲਾਉਣ ਜਾਂਦੇ ਹੋ। ਸੋ ਇਹ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਦੇ ਵਿੱਚ ਕਿੰਨਾ ਕੁ ਯੋਗਦਾਨ ਪਾਉਂਦੇ ਨੇ? ਦੇਖੋ ਤੁਹਾਡੇ ਪ੍ਰੋਗਰਾਮ ਦੇ ਰਾਹੀਂ ਜੇ ਕੋਈ ਸਟੂਡੈਂਟ ਮੈਨੂੰ ਸੁਣ ਰਹੇ ਜਾਂ ਮਾਪੇ ਸੁਣ ਰਹੇ ਤੇ ਮੈਂ ਉਹਨਾਂ ਨੂੰ ਇੱਕ ਸੰਦੇਸ਼ ਦੇਣਾ ਚਾਹੂੰਗੀ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਕਨਵਿੰਸ ਕਰਨ ਕਿ NCC ਜਾਂ NSS ਜ਼ਰੂਰ ਰੱਖਣ। ਹੁਣ ਜੇ ਅਸੀਂ NCC ਦੇ ਫਾਇਦੇ ਦੇਖੀਏ ਤੇ ਬਹੁਤ ਹੈ। ਨੰਬਰ 1, ਤੁਸੀਂ ਬਿਨਾ ਮਤਲਬ ਕੋਈ ਐਗਜ਼ਾਮ ਦਿੱਤੇ ਡਾਇਰੈਕਟ ਐਂਟਰੀ ਤੁਹਾਡੀ ਮਤਲਬ ਆਰਮ ਫੋਰਸਿਸ 'ਚ ਹੋ ਸਕਦੀ ਹੈ ਜੀ। ਨੰਬਰ 2, ਜੇ ਤੁਸੀਂ ਕਿਸੇ ਇੰਟਰਵਿਊ ਲਈ ਜਾਂਦੇ ਹੋ, ਠੀਕ ਹੈ, ਤੁਹਾਨੂੰ 10 to 15 ਮਾਰਕਸ ਜਿਹੜੇ ਐਕਸਟਰਾ ਗ੍ਰੇਸ ਮਾਰਕਸ ਮਿਲ ਜਾਂਦੇ NCC ਨਾਲ। ਹਾਂਜੀ ਜੀ। ਔਰ ਸੇਮ ਜਿਹੜਾ ਹੈ NSS ਤੇ ਵੀ ਅਪਲਾਈ ਹੁੰਦਾ ਹੈ। ਹੁਣ ਜਿਹੜੀ NCC ਹੈ ਤੇ NSS ਹੈ,
ਇਹ ਸਾਡੇ 'ਚ ਇੱਕ ਲੀਡਰਸ਼ਿਪ ਕੁਆਲਿਟੀ ਬਿਲਡਅਪ ਕਰਦੀਆਂ, ਸਾਡੇ 'ਚ ਕੌਨਫੀਡੈਂਸ ਬਿਲਡਅਪ ਕਰਦੇ ਆ, ਔਰ ਇੱਕ ਕਨਸੈਪਟ ਹੁੰਦਾ ਆਊਟਸਾਈਡ ਕਲਾਸਰੂਮ ਟੀਚਿੰਗ, ਜਿਹੜੇ ਕਿ ਸਾਡੇ ਲਈ ਬਹੁਤ ਜ਼ਰੂਰੀ ਹੈ। ਬਿਲਕੁਲ। ਔਰ ਸਾਡੇ 'ਚ ਇੱਕ ਸੋਸ਼ਲ ਸਰਵਿਸ ਦੀ ਭਾਵਨਾ ਆਉਂਦੀ ਹੈ, ਅਸੀਂ ਸੁਸਾਇਟੀ ਨੂੰ ਦੇਣਾ ਕੀ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਸਿੱਖਦੇ ਹਾਂ, ਉਹ ਇਹ ਜਿਹੜੇ 2 ਪਲੇਟਫਾਰਮ ਹੈ, NCC ਤੇ NSS, ਇੱਥੋਂ ਸਾਨੂੰ ਸਿੱਖਣ ਨੂੰ ਮਿਲਦੇ ਆ। ਯਾਨੀ ਕਿ ਜੋ ਸਾਡੇ ਗੁਰੂਆਂ ਨੇ, ਸਾਡੇ ਬਾਬਿਆਂ ਨੇ, ਸਾਡੇ ਰਿਸ਼ੀਆਂ ਨੇ ਸਾਨੂੰ ਦੱਸਿਆ ਕਿ ਅਸੀਂ ਸੁਸਾਇਟੀ ਨੂੰ ਦੇਣਾ ਕਿੱਥੇ ਹੈ। ਇਸ ਪਲੇਟਫਾਰਮ ਦੇ ਜ਼ਰੀਏ ਮੈਂ ਸਮਝਦੀ ਹਾਂ ਕਿ ਜਿਹੜਾ ਵਿਦਿਆਰਥੀ ਹੈ ਉਹ ਆਪਣੇ ਆਪ ਨੂੰ ਮਤਲਬ ਇਸ ਲਾਇਕ ਬਣਾਉਂਦਾ ਹੈ ਕਿ ਅਸੀਂ ਵੱਡੇ ਹੋ ਕੇ ਕੀ ਦੇਣਾ, ਔਰ ਕਿੱਥੇ ਕਿੱਥੇ ਦਿੱਤਾ ਜਾ ਸਕਦਾ, ਕੀ ਪ੍ਰੋਬਲਮਸ ਨੇ ਸੋਸਾਇਟੀ ਦੀਆਂ। ਹੋਰ ਕਿਹੜੇ ਪ੍ਰੋਗਰਾਮ ਆ ਜਿਨ੍ਹਾਂ ਦੇ ਜ਼ਰੀਏ ਵਿਦਿਆਰਥੀ ਦੇ ਅੰਦਰ ਹੁਨਰ ਭਰਿਆ ਜਾ ਸਕਦਾ, ਉਹਨਾਂ ਦੇ ਵਿਕਾਸ ਦੀ ਗੱਲ ਕੀਤੀ ਜਾ ਸਕਦੀ ਹੈ? ਦੇਖੋ, ਫਾਰਮਲ ਟੀਚਿੰਗ ਤੋਂ ਇਲਾਵਾ ਬਹੁਤ ਸਾਰੇ ਪ੍ਰੋਗਰਾਮਸ ਨੇ ਜੀ, ਜਿੱਦਾਂ ਐਕਸਟੈਂਸ਼ਨ ਐਕਟੀਵਿਟੀ ਮਤਲਬ ਹੈ ਕਿ ਜਿਹੜੀ ਤੁਹਾਡੇ ਨਾਰਮਲ ਕਲਾਸਰੂਮ ਹੈ ਉਸ ਤੋਂ ਇਲਾਵਾ ਜਿੱਦਾਂ ਕਾਲਜਸ 'ਚ ਸੈਮੀਨਾਰ ਕਰਾਏ ਜਾਂਦੇ ਜੀ, ਐਕਸਟੈਂਸ਼ਨ ਲੈਕਚਰਸ ਹੁੰਦੇ ਨੇ, ਹੈ ਨਾ, ਕਾਨਫਰੰਸਿਸ ਹੁੰਦੀਆਂ ਨੇ, ਡਿਬੇਟਸ ਕਰਾਏ ਜਾਂਦੇ, ਕੁਇਜ਼ ਕਰਾਏ ਜਾਂਦੇ ਹੈ, ਤੁਹਾਨੂੰ ਇੱਕ ਅੱਛਾ ਸਪੀਕਰ ਬਣਾਇਆ ਜਾਂਦਾ ਹੈ ਜੀ, ਠੀਕ ਹੈ। ਉਸ ਤੋਂ ਬਾਅਦ ਹੈ ਐਕਸਟਰਾ ਕਰਿਕੂਲਰ, ਜਿਹਦੇ ਤੋਂ ਤੁਸੀਂ ਡਾਂਸ ਕਰੋਗੇ, ਭੰਗੜਾ, ਪੋਸਟਰ ਮੇਕਿੰਗ, ਸਿੰਗਿੰਗ, ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਜੀ। ਫਿਰ ਆ ਜਾਂਦੀਆਂ ਸੋਸ਼ਲ ਆਊਟਰੀਚ। ਸੋਸ਼ਲ ਆਊਟਰੀਚ ਦਾ ਮਤਲਬ ਹੈ ਕਿ ਤੁਸੀਂ ਕਾਲਜ ਦੇ ਬਾਹਰ ਜਾ ਕੇ, ਠੀਕ ਹੈ, ਸਮਾਜ ਦੇ ਲਈ, ਮੰਨ ਲਓ ਕਾਲਜ ਦੇ ਬਾਹਰ ਅਗਰ ਇੱਕ ਸੜਕ ਹੈ, ਉੱਥੇ ਅਗਰ ਕੂੜਾ ਪਿਆ ਹੋਇਆ ਹੈ ਜੀ, ਤਾਂ ਚਾਹੇ ਸਵੱਛਤਾ ਹੀ ਸੇਵਾ ਇੱਦਾਂ ਦੇ ਪ੍ਰੋਗਰਾਮ ਹੁੰਦੇ ਹੈ ਕਿ ਤੁਸੀਂ ਆਪਣੇ ਆਸ-ਪਾਸ ਦੇ ਜਿਹੜੀ ਲੋਕੈਲਿਟੀ ਉਹਨੂੰ ਤੁਸੀਂ ਕਿੱਦਾਂ ਨੀਟ ਐਂਡ ਕਲੀਨ ਰੱਖਣਾ ਹੈ ਜੀ, ਠੀਕ ਹੈ। ਫਿਰ এনवायरमेंटल ਪ੍ਰੋਗਰਾਮਸ ਬੜੇ ਨੇ ਜੀ, ਅਸੀਂ ਆਪਣੇ ਵਾਤਾਵਰਣ ਨੂੰ ਕਿੱਦਾਂ ਅਸੀਂ ਸੁਰੱਖਿਅਤ ਰੱਖਣਾ ਹੈ ਜੀ, ਔਰ ਕਿਵੇਂ ਅਸੀਂ ਜਿਹੜੀ ਪਲਾਂਟੇਸ਼ਨ ਜਿਹੜੀ ਹੈ ਉਹ ਕਿੰਨੀ ਜ਼ਰੂਰੀ ਹੈ ਸਾਡੇ এনवायरमेंटली, ਇਹ ਅਸੀਂ ਉਹਨਾਂ ਨੂੰ ਸਿਖਾਉਂਦੇ ਹਾਂ। ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਗੱਲਾਂ ਤੇ ਗੀਤ। ਸਾਡੇ ਨਾਲ ਨੇ ਆਸ਼ਿਮਾ ਸਾਨੀ ਜੋ ਕਿ ਮੁਖੀ ਨੇ ਪੋਲੀਟੀਕਲ ਸਾਇੰਸ ਡਿਪਾਰਟਮੈਂਟ ਦੇ ਵਿੱਚ KMV ਕਾਲਜ ਜਲੰਧਰ 'ਚ। ਤੁਸੀਂ ਸੀਨੀਅਰ ਅਸਿਸਟੈਂਟ ਪ੍ਰੋਫੈਸਰ, ਅਧਿਆਪਕਾਂ ਦੇ ਨਾਲ ਤੁਹਾਡੀ ਗੱਲਬਾਤ। ਸੋ ਸਾਡਾ ਅੱਜ ਦਾ ਵਿਸ਼ਾ ਵੀ ਇਹ ਹੈ, ਤੁਹਾਡੀ ਵਿਦਿਆਰਥੀਆਂ ਨਾਲ ਵੀ ਗੱਲਬਾਤ ਹੈ ਕਿ ਅਧਿਆਪਕ ਤੇ ਵਿਦਿਆਰਥੀ ਦਾ ਤਾਲਮੇਲ ਤੇ ਅੱਜ ਦੀ ਤਰੀਕ 'ਚ ਉਹਨਾਂ ਦੀਆਂ ਲੋੜਾਂ। ਉਸ ਤੋਂ ਪਹਿਲਾਂ ਤੁਸੀਂ ਗੱਲ ਕੀਤੀ ਹੈ ਕਿ ਬ੍ਰੇਕ ਤੋਂ ਸਭ ਤੋਂ ਜ਼ਰੂਰੀ ਚੀਜ਼ਾਂ ਜਿਹੜੀਆਂ ਹੈਗੀਆਂ ਵਿਦਿਆਰਥੀ ਦੇ ਨਿਖਾਰ ਦੇ ਲਈ ਉਹ ਕੀ ਹੋਰ ਹੋ ਸਕਦੀਆਂ। ਪਰ ਹੁਣ ਗੱਲ ਇਹ ਆਉਂਦੀ ਹੈ ਕਿ ਬੱਚੇ ਨੇ ਚਲੋ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਵੀ ਰੱਖ ਲਈਆਂ, ਨਾਲ ਦੇ ਨਾਲ ਉਹਨੇ ਪੜ੍ਹਨਾ ਵੀ ਹੈ, ਪਰ ਬਹੁਤ ਸਾਰੇ ਬੱਚਿਆਂ ਤੋਂ ਨਾ ਤਾਲਮੇਲ ਨਹੀਂ ਬਣਦਾ ਆਪਸ 'ਚ। ਇਹਨਾਂ ਚੀਜ਼ਾਂ ਦਾ ਤਾਲਮੇਲ ਕਿੱਦਾਂ ਸਥਾਪਿਤ ਕਰੇ ਕਿ ਉਹ ਦੂਸਰੀਆਂ ਚੀਜ਼ਾਂ ਦੇ ਵਿੱਚ ਗਾਂਹ ਵੀ ਵਧੇ ਤੇ ਪੜ੍ਹਾਈ ਵੀ ਖਰਾਬ ਨਾ ਹੋਵੇ? ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਦੇਖੋ, ਇਹ 2-3 ਚੀਜ਼ਾਂ ਤੇ ਡਿਪੈਂਡ ਕਰੇਗਾ। ਨੰਬਰ 1, ਟੀਚਰ ਦੀ ਐਬਿਲਿਟੀ ਤੇ। ਟੀਚਰ ਕਿੱਦਾਂ ਕਨਵਿੰਸ ਕਰਦਾ ਹੈ, ਕਿੱਦਾਂ ਉਹ ਮਤਲਬ ਇੱਕ ਕੋਆਰਡੀਨੇਸ਼ਨ ਕਰਾਂਦਾ ਇਹਨਾਂ ਐਕਟੀਵਿਟੀਜ਼। ਬਿਲਕੁਲ, ਹੈ ਨਾ। ਹੁਣ ਅਸੀਂ ਜੋ ਪ੍ਰੈਕਟਿਸ ਕਰੀਦੀ ਉਹ ਕਰੀਦੀ ਹੈ ਕਿ ਅਸੀਂ ਜਿੱਦਾਂ ਕਾਲਜ ਸ਼ੁਰੂ ਹੋਇਆ, ਮਹੀਨਾ ਕੁ ਅਸੀਂ ਚੰਗੀ ਤਰ੍ਹਾਂ ਪਹਿਲੇ ਸਿਲੇਬਸ ਕਰਾ ਦਈਦਾ, ਠੀਕ ਹੈ। ਜਦੋਂ ਸਾਨੂੰ ਲੱਗਦਾ ਕਿ ਹਾਂ ਹੁਣ ਥੋੜਾ ਜਿਹਾ ਹੋ ਗਿਆ, ਫਿਰ ਅਸੀਂ ਹੌਲੀ ਐਕਟੀਵਿਟੀਜ਼ ਨੂੰ ਇੰਟਰੋਡਿਊਸ ਕਰਦੇ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਅਸੀਂ ਮਤਲਬ ਕਿਉਂਕਿ ਅਸੀਂ ਆਇਡੈਂਟੀਫਾਈ ਵੀ ਕਰਨਾ ਹੁੰਦਾ ਹੈ। ਐਕਚੁਅਲੀ ਗੱਲ ਇਹ ਹੈ ਕਿ ਫਾਰਮਲ ਲਰਨਿੰਗ 'ਚ, ਕਲਾਸਰੂਮ ਟੀਚਿੰਗ 'ਚ ਉਹਨਾਂ ਬੱਚੇ ਦੀ ਪਰਸਨੈਲਿਟੀ ਨੂੰ ਤੁਸੀਂ ਨਹੀਂ ਸਮਝ ਸਕਦੇ ਜਿੰਨਾ ਕਿ ਇਨਫਾਰਮਲ ਲਰਨਿੰਗ ਜਦੋਂ ਇਨ ਐਕਟੀਵਿਟੀਜ਼ 'ਚ ਪਾਰਟਿਸਿਪੇਟ ਕਰਦਾ ਹੈ ਤੇ ਤੁਸੀਂ ਜ਼ਿਆਦਾ ਵਧੀਆ ਤਰੀਕੇ ਨਾਲ ਲੱਭ ਸਕਦੇ ਹੋ। ਜੇ ਇਨਫਾਰਮਲ ਐਕਟੀਵਿਟੀਜ਼ ਨਾ ਹੁੰਦੀਆਂ, ਡਿਬੇਟ, ਡੈਕਲੇਮੇਸ਼ਨ, ਗੀਤ, ਸੰਗੀਤ, ਤੇ ਅੱਜ ਸਾਡੇ ਕੋਲ ਕਪਿਲ ਸ਼ਰਮਾ ਨਾ ਹੁੰਦਾ, ਹੈ ਨਾ। ਜਿਹੜੇ ਇੱਦਾਂ ਦਾ ਟੈਲੈਂਟ ਹੈ ਜਿਹੜਾ ਉਹ ਉਦੋਂ ਹੀ ਆਇਡੈਂਟੀਫਾਈ ਹੁੰਦਾ ਜਦੋਂ ਅਸੀਂ ਉਹਨਾਂ ਨੂੰ ਇਹਨਾਂ ਐਕਟੀਵਿਟੀਜ਼ 'ਚ ਇਨਵੋਲਵ ਕਰਦੇ ਹਾਂ। ਤੇ ਇਹ ਜਿਹੜੀ ਐਕਟੀਵਿਟੀਜ਼ ਹੈ ਇਹ ਹਾਇਰ ਐਜੂਕੇਸ਼ਨ ਦੀ ਰੂਹ ਹੈ। ਬਿਲਕੁਲ। ਜਦੋਂ ਅਸੀਂ ਬੱਚਿਆਂ ਦੇ ਨਾਲ ਵਿਚਰਦੇ ਆ ਨਾ, ਬਹੁਤ ਸਾਰੇ ਦਿਮਾਗ ਦੇ ਵਿੱਚ ਗੱਲ ਪੈਦਾ ਕਰ ਦਿੰਦੇ ਨੇ ਕਿ ਬੱਚੇ ਤੇ ਮਾੜੀ ਚੀਜ਼ ਜ਼ਿਆਦਾ ਅਸਰ ਕਰਦੀ ਆ, ਆਮ ਜੋ ਲੋਕਾਂ ਦੀ ਧਾਰਨਾ ਆ। ਪਰ ਅਧਿਆਪਕ ਦੇ ਤੌਰ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਵਿਦਿਆਰਥੀ ਤੇ ਸੱਚੀ ਮਾੜੀ ਚੀਜ਼ ਹੀ ਹਮੇਸ਼ਾ ਜ਼ਿਆਦਾ ਅਸਰ ਕਰਦੀ ਆ ਕਿ ਚੰਗੀਆਂ ਵੀ ਕਰਦੀਆਂ ਨੇ? ਦੇਖੋ, ਮੈਂ ਇਸ ਗੱਲ ਨਾਲ ਅੱਜ ਸਹਿਮਤ ਨਹੀਂ ਆ ਜੀ। ਬੱਚਾ ਅੱਜ ਦਾ ਬੜਾ ਹੀ ਸਮਾਰਟ ਹੈ, ਠੀਕ ਹੈ, ਔਰ ਪੇਰੈਂਟਿੰਗ ਲੈਵਲ ਵੀ ਬੜਾ ਇੰਪਰੂਵ ਹੋ ਗਿਆ, ਇਕਨੋਮਿਕਸ भी बड़ी इम्प्रूव हो गई है, ठीक है।
ਹਾਂ ਦੇਖੋ ਜਦੋਂ ਹੁਣ ਇੱਕ ਕੁਝ ਚੇਂजेस ਜ਼ਰੂਰ ਆਈਆਂ ਜੀ। ਜਦੋਂ ਮੈਂ ਪਹਿਲੇ ਅੱਜ ਤੋਂ 20 ਸਾਲ ਪੁਰਾਣੀ ਗੱਲ ਕਰਾਂ ਤੇ ਕੁੜੀਆਂ ਦੇ ਨਾ ਛੇਤੀ ਵਿਆਹ ਹੋ ਜਾਂਦੇ ਸੀ ਤੇ ਉਹ ਸਾਡੇ ਕੋਲ ਨਾ ਕੁੜੀਆਂ ਨੇ ਚੂੜਾ ਪਾਇਆ ਹੁੰਦਾ ਸੀ, ਇਦਾਂ ਦੀਆਂ ਮੈਰਿਡ ਕੁੜੀਆਂ ਬੜੀਆਂ ਮਿਲਦੀਆਂ ਹੁੰਦੀਆਂ ਸੀ ਕੈਂਪਸ 'ਚ। ਜੀ। ਠੀਕ ਹੈ, ਤੇ ਉਹਨਾਂ ਦੇ ਫੈਮਿਲੀ ਇਸ਼ੂਜ਼ ਹੋ ਜਾਂਦੇ ਸੀ। ਠੀਕ ਹੈ, ਜਿਹੜਾ ਉਹਨਾਂ ਤੇ ਮਾੜਾ ਅਸਰ ਪੈ ਜਾਂਦਾ ਸੀ, ਨਵੇਂ ਵਿਆਹੇ ਬੱਚੀਆਂ ਛੋਟੀਆਂ ਛੋਟੀਆਂ। ਅੱਜ ਹੁਣ ਕੀ ਹੈ, ਅੱਜ ਰਿਲੇਸ਼ਨਸ਼ਿਪ ਇਸ਼ੂਜ਼ ਹੈ। ਇਸ਼ੂਜ਼ ਤਾਂ ਹੈ ਜੀ, ਪਰ ਹੈ ਹੁਣ ਜੇ ਅਸੀਂ ਬੱਚਿਆਂ ਨੂੰ ਕਹਿ ਦਈਏ ਰਿਲੇਸ਼ਨਸ਼ਿਪਸ ਬੰਦ ਕਰ ਦੋ, ਜੀ, ਇਹ ਵੀ ਅਸੀਂ ਉਹਨਾਂ ਦਾ ਡੈਮੋਕ੍ਰੈਟਿਕ ਰਾਈਟ, ਅਸੀਂ ਨਹੀਂ ਉਹਨਾਂ ਨੂੰ ਕਰ ਸਕਦੇ, ਪਰ ਅਸੀਂ ਗਾਈਡ ਜ਼ਰੂਰ ਕਰ ਸਕਦੇ ਹਾਂ ਕਿ ਉਹਨਾਂ ਤੇ ਮਾੜਾ ਅਸਰ ਨਾ ਉਹਨਾਂ ਦੀ ਸਾਈਕੀ ਤੇ ਹੋਵੇ। ਦੂਜੀ ਗੱਲ ਵਰੁਣ ਜੀ, ਬੜੀ ਇੰਟਰਸਟਿੰਗ ਗੱਲ ਹੈ ਜੀ। ਪਹਿਲੇ ਲੋਕਾਂ ਕੋਲ ਇੰਨਾ ਪੈਸਾ ਨਹੀਂ ਸੀ ਹੁੰਦਾ, ਸ਼ਾਇਦ ਫੀਸ ਇਕੱਠੀ ਕਰਨੀ ਵੀ ਔਖੀ ਹੋ ਜਾਂਦੀ ਸੀ ਜੀ। ਉਹ ਇਸੇ ਚ ਸੰਤੁਸ਼ਟ ਹੋ ਜਾਂਦਾ ਸੀ ਕਿ ਚਲੋ ਮੈਂ ਟਾਈਮ ਸਿਰ ਫੀਸ ਦੇ ਦਿੱਤੀ। ਬਿਲਕੁਲ। ਅੱਜ ਮੇਰੇ ਕੋਲ ਇਹੋ ਜਿਹੇ ਬੱਚੇ ਆਉਂਦੇ ਆ ਜਿਨ੍ਹਾਂ ਦੇ ਮਾਂ ਤੇ ਪਿਓ ਦੋਨੋਂ ਅਮਰੀਕਾ ਹੈ ਜੀ, ਬੱਚੇ ਇੱਥੇ, ਉਹ ਆਪਣੇ ਗ੍ਰੀਨ ਕਾਰਡ ਦੇ ਚੱਕਰ ਚ ਉੱਥੇ ਨੇ ਜੀ। ਬੱਚਿਆਂ ਨੂੰ ਇੱਥੇ ਪੈਸੇ ਭੇਜੀ ਜਾ ਰਹੇ ਆ, ਜੀ। ਬੱਚਾ ਖੁਸ਼ ਨਹੀਂ ਹੈ, ਬੱਚੇ ਚ ਹੋਰ ਤਰ੍ਹਾਂ ਦੀਆਂ ਪ੍ਰੋਬਲਮਸ ਆ ਰਹੀਆਂ, ਮਤਲਬ ਬਦਲਿਆ ਤਰੀਕਾ ਪ੍ਰੋਬਲਮਸ ਦਾ। ਯੈਸ, ਪ੍ਰੋਬਲਮਸ ਦਾ ਤਰੀਕਾ ਬਦਲਿਆ। ਤੇ ਜਦੋਂ ਸਾਨੂੰ ਇਦਾਂ ਜਿੱਦਾਂ ਅਸੀਂ ਬਦਲਦਾ ਜਾ ਰਿਹਾ ਸਮਾਜ, ਠੀਕ ਹੈ, ਹੁਣ ਅੱਜ ਦੇਖੋ ਖੁਸ਼ਹਾਲੀ ਹੈ, ਇਕਨੋਮਿਕ ਖੁਸ਼ਹਾਲੀ ਹੈ ਜੀ, ਪਰ ਉਹਦੀਆਂ ਆਪਣੀਆਂ ਪ੍ਰੋਬਲਮਸ ਨੇ। ਹੁਣ ਅੱਜ ਦੇ ਸਮੇਂ 'ਚ ਠੀਕ ਹੈ, ਅਸੀਂ ਕਹਿੰਦੇ ਕੈਰੀਅਰ ਓਰੀਐਂਟਡ ਬਣੋ ਜੀ, ਠੀਕ ਹੈ, ਔਰਤ ਨੂੰ ਵੀ ਬਰਾਬਰ ਨਾਲ ਮਤਲਬ ਖੜਾ ਹੋਣਾ ਚਾਹੀਦਾ, ਸਾਨੂੰ ਵੀ ਕੈਰੀਅਰ ਓਰੀਐਂਟਡ ਬਣਨਾ ਚਾਹੀਦਾ, ਲੇਕਿਨ ਬੱਚਿਆਂ ਨੂੰ ਸਮੇਂ ਨਹੀਂ ਮਿਲ ਪਾ ਰਿਹਾ। ਜਿਹੜੇ ਕਿ ਉਹਨਾਂ 'ਚ ਇਮੋਸ਼ਨਲ ਵੋਇਡ ਜਿਹੜੀ ਡਿਵੈਲਪ ਹੋ ਰਹੀ ਨਾ, ਉਹਦਾ ਕਈ ਵਾਰੀ ਮਾੜਾ ਅਸਰ ਹੁੰਦਾ ਹੈ ਡਿਪਰੈਸ਼ਨ ਦੇ ਰੂਪ 'ਚ, ਜਾਂ ਫਿਰ ਉਹ ਬੱਚਾ ਇਕੱਲਾ ਰਹਿਣਾ ਸ਼ੁਰੂ ਕਰ ਦਿੰਦਾ ਹੈ। ਹਾਲਾਂਕਿ ਬੱਚਾ ਬੜਾ ਟੈਲੈਂਟਡ ਹੁੰਦਾ, ਬੱਚੇ 'ਚ ਕੋਈ ਵੀ ਖਰਾਬੀ, ਮੈਂ ਤਾਂ ਆਪਣੇ ਬੱਚਿਆਂ ਦੀ ਕਦੇ ਵੀ ਬੁਰਾਈ ਕਰ ਹੀ ਨਹੀਂ ਸਕਦੀ, ਮਤਲਬ ਬੱਚਾ ਬਹੁਤ ਅੱਛਾ ਹੁੰਦਾ ਹੈ ਜੀ। ਲੇਕਿਨ ਇਹ ਜਿਹੜੇ ਬਦਲਦੇ ਹੋਏ ਜਿਹੜੇ ਸਾਡੇ ਸੋਸ਼ਲ ਸਿਨੈਰੀਓਜ਼ ਨੇ, ਠੀਕ ਹੈ, ਇਹਦੇ ਨਾਲ ਸਾਨੂੰ ਆਪਣਾ ਬਿਹੇਵੀਅਰ ਵੀ ਬਦਲਣਾ ਪੈਣਾ, ਜਾਂ ਉਸ ਚੀਜ਼ ਨੂੰ ਟੈਕਲ ਕਰਨ ਲਈ ਵੀ ਸਾਨੂੰ ਸੋਚਣਾ ਪਏਗਾ ਜੇ ਅਸੀਂ ਆਪਣੀ ਜਨਰੇਸ਼ਨ ਨੂੰ ਤੰਦਰੁਸਤ ਰੱਖਣਾ ਤਾਂ। ਬਿਲਕੁਲ। ਬਹੁਤ ਸਾਰੇ ਵਿਦਿਆਰਥੀ ਇਦਾਂ ਦੇ ਵੀ ਹੁੰਦੇ ਆ, ਜਦੋਂ ਤੁਸੀਂ ਉਹਨਾਂ ਨੂੰ ਕਹੀ ਜਾਂਦੇ ਹੋ ਨਾ ਬਾਰ-ਬਾਰ ਕਿ ਤੂੰ ਤਾਂ ਨਲਾਇਕ ਆ, ਤੂੰ ਜ਼ਿੰਦਗੀ 'ਚ ਕੀ ਕਰਨਾ, ਤੂੰ ਕਿੱਦਾਂ ਕੁਝ ਹਾਸਲ ਕਰ ਲੈਣਾ, ਉਹ ਫਿਰ ਹੋਰ ਡੀਮੋਟੀਵੇਟ ਹੋ ਜਾਂਦੇ। ਜਦੋਂ ਅਧਿਆਪਕ ਚਾਹੇ ਉਹ ਪੜ੍ਹਾਈ ਦੇ ਵਿੱਚ ਵਧੀਆ ਨਹੀਂ ਹੈਗਾ, ਹੋ ਸਕਦਾ ਕਿਸੇ ਹੋਰ ਚੀਜ਼ ਦੇ ਵਿੱਚ ਚੰਗਾ ਹੋਵੇ, ਉਹਨੂੰ ਉਤਸ਼ਾਹਿਤ ਕਰਦਾ, ਮੋਟੀਵੇਟ ਕਰਦਾ ਬਾਰ-ਬਾਰ, ਫਿਰ ਬੱਚੇ ਖੁਸ਼ੀ-ਖੁਸ਼ੀ ਮੰਨ ਜਾਂਦੇ। ਇਦਾਂ ਦੇ ਕੇਸ ਵੀ ਕਦੇ ਤੁਹਾਡੇ ਸਾਹਮਣੇ ਆਏ ਆ? ਬਹੁਤ ਸਾਰੇ ਕੇਸ ਆਉਂਦੇ ਵਰੁਣ ਜੀ। ਜੀ। ਦੇਖੋ ਹੁਣ ਨਾ ਟੀਚਰ ਦਾ ਨਾ ਇੱਕ ਰੋਲ ਬਿਲਕੁਲ ਚੇਂਜ ਹੋ ਚੁੱਕਾ ਹੈ। ਹੁਣ ਉਹ ਜਿਹੜੀ ਸਟ੍ਰਿਕਟਨੈਸ ਹੈ ਉਹਦੇ ਨਾਲ ਕੰਮ ਨਹੀਂ ਚੱਲਣਾ ਜੀ। ਜੇ ਤੁਸੀਂ ਰਿਜ਼ਲਟ ਲੈਣਾ ਹੈ, ਤੁਸੀਂ ਬੱਚੇ ਨੂੰ ਇੰਨਾ ਜਿਹਾ ਪਿਆਰ ਦੋਗੇ ਨਾ, ਉਹਨੇ ਤੁਹਾਨੂੰ ਇੰਨਾ ਦੇਣਾ। ਮੈਂ ਬਿਲਕੁਲ ਸੱਚ ਕਹਿ ਰਹੀ ਹਾਂ। ਬਿਲਕੁਲ ਬਿਲਕੁਲ। ਔਰ ਦੇਖੋ ਸਾਡਾ ਜਿਹੜਾ ਬੈਂਕ ਬੈਲੈਂਸ ਹੁੰਦਾ ਨਾ ਟੀਚਰਾਂ ਦਾ, ਦੇਖੋ ਅਸੀਂ ਤਾਂ ਮਤਲਬ ਠੀਕ ਹੈ ਲਿਮਿਟਡ ਕਮਾਈ ਹੁੰਦੀ ਹੈ, ਲੇਕਿਨ ਸਾਡਾ ਬੈਂਕ ਬੈਲੈਂਸ ਬਹੁਤ ਹੁੰਦਾ ਇਨ ਫਾਰਮ ਆਫ ਆਵਰ ਸਟੂਡੈਂਟਸ। ਜਦੋਂ ਸਾਡੇ ਸਟੂਡੈਂਟ ਅੱਛੀ ਜਗ੍ਹਾ ਸੈਟਲ ਹੋ ਜਾਂਦੇ, ਸੈਟਲ ਹੋ ਕੇ ਜਦੋਂ ਮਿਲਣ ਆਉਂਦੇ ਨਾ, ਉਹ ਸਾਡਾ ਬੈਂਕ ਬੈਲੈਂਸ ਹੁੰਦਾ ਹੈ। ਬਿਲਕੁਲ। ਔਰ ਇੱਕ ਜੇ ਅਸੀਂ ਆਪਣਾ ਬੈਂਕ ਬੈਲੈਂਸ ਕ੍ਰੀਏਟ ਕਰਨਾ ਤਾਂ ਸਾਨੂੰ ਇਮੋਸ਼ਨਲ ਇਨਵੈਸਟਮੈਂਟ ਵੀ ਕਰਨੀ ਪੈਣੀ ਹੈ। ਬਿਲਕੁਲ। ਇਮੋਸ਼ਨਲ ਇਨਵੈਸਟਮੈਂਟ ਇਜ਼ ਵੈਰੀ ਇੰਪੋਰਟੈਂਟ। ਐਕੈਡੈਮਿਕ ਇਨਵੈਸਟਮੈਂਟ ਦੇ ਨਾਲ ਇਹ ਵੀ ਇਨਵੈਸਟਮੈਂਟ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਬਹੁਤ ਸਾਰੇ ਵਿਦਿਆਰਥੀ ਹੁੰਦੇ ਆ ਜਿਹੜੇ ਆਪਣੇ ਦਿਲ ਦੀ ਗੱਲ ਕਿਸੇ ਨੂੰ ਦੱਸ ਦਿੰਦੇ ਆ, ਤੇ ਬਹੁਤ ਸਾਰੇ ਹੁੰਦੇ ਆ ਜਿਹੜੇ ਨਹੀਂ ਦੱਸਦੇ। ਕਦੇ-ਕਦੇ ਮੈਨੂੰ ਲੱਗਦਾ ਹੁੰਦਾ ਹੈ ਕਿ ਦੱਸਣ ਵਾਲੇ ਘਟ ਜਾਂਦੇ ਆ, ਨਾ ਦੱਸਣ ਵਾਲੇ ਵੱਧ ਜਾਂਦੇ ਆ, ਜਿਸ ਦੇ ਕਾਰਨ ਉਹ ਮਾਨਸਿਕ ਤੌਰ ਤੇ ਬਿਮਾਰੀਆਂ ਉਹਨਾਂ ਨੂੰ ਘੇਰਨ ਲੱਗਦੀਆਂ, ਜਿਹਨੂੰ ਆਪਾਂ ਅੱਜ-ਕੱਲ ਅੰਗਰੇਜ਼ੀ 'ਚ ਆਮ ਲਫ਼ਜ਼ ਸੁਣਦੇ ਆ ਕਿ ਇਸ ਵਿਦਿਆਰਥੀ ਦੀ ਮੈਂਟਲ ਹੈਲਥ ਠੀਕ ਨਹੀਂ ਸੀ। ਸਾਡੇ ਥੋੜੇ ਇੰਡੀਅਨ ਆ ਨਾ ਆਪਾਂ, ਸਾਡੇ ਡਿਪਰੈਸ਼ਨ ਨੂੰ ਘੱਟ ਹੀ ਮੰਨਦੇ ਆ। ਉਹ ਕੀ ਹੋ ਗਿਆ ਤੈਨੂੰ, ਅਸੀਂ ਮੰਨਦੇ ਨਹੀਂ ਕਿ ਸਾਡਾ ਬੱਚਾ ਕਿਸੇ ਮਾਨਸਿਕ ਰੋਗ ਚੋਂ ਵੀ ਗੁਜ਼ਰਿਆ ਹੋ ਸਕਦਾ। ਮੈਂ ਮਾਪੇ ਕਹਿੰਦੇ ਦੇਖੇ ਆ, ਫੀਸ ਤੈਨੂੰ ਦਿੱਤੀ ਆ, ਬੱਸ ਤੈਨੂੰ ਲਵਾ ਕੇ ਦਿੱਤੀ ਆ, ਕੱਪੜਾ ਲੀੜਾ ਤੈਨੂੰ ਮਿਲਦਾ, ਖਾਣ ਨੂੰ ਤੈਨੂੰ ਮਿਲਦਾ, ਤੈਨੂੰ ਕਾਹਦਾ ਡਿਪਰੈਸ਼ਨ ਹੈ? ਡਿਪਰੈਸ਼ਨ ਹੁੰਦਾ ਵਰੁਣ ਜੀ ਬੌਂਡਿੰਗ ਦਾ। that bonding is missing। ਉਹ ਜਿਹੜਾ ਅਸੀਂ ਟਾਈਮ ਸਪੈਂਡ ਕਰਦੇ ਸੀਗੇ ਨਾ, that is missing। ਇਹ ਦੇਖੋ ਮੋਬਾਈਲ ਦਾ ਵੀ ਇੱਥੇ ਬਹੁਤ ਵੱਡਾ ਰੋਲ ਹੈ। ਮੋਬਾਈਲ ਨੇ ਵੈਸੇ ਸਾਨੂੰ ਇਕੱਲੇ ਕਰ ਦਿੱਤਾ ਹੈ ਜੀ। ਔਰ ਮੈਨੂੰ ਇਹਦੇ 'ਚ ਕੋਈ ਡਾਊਟ ਨਹੀਂ ਹੈ, ਏਦਾਂ ਦੇ ਕੇਸਿਸ ਵੱਧ ਰਹੇ ਨੇ ਜੀ। ਬੱਚਿਆਂ ਦੀ ਜਿਹੜੀ ਮੈਂਟਲ ਹੈਲਥ ਹੈ, ਦੇਖੋ ਉਹ ਪਰਫਾਰਮੈਂਸ ਉਹਨਾਂ ਦੀ ਬਹੁਤ ਵਧੀਆ ਹੈ ਜੀ, ਇੰਟੈਲੈਕਚੁਅਲ ਪਰਫਾਰਮੈਂਸ ਇਜ਼ ਵੈਰੀ ਗੁੱਡ ਹੈ ਨਾ, ਲੇਕਿਨ ਜਿਹੜੀ ਇੱਕ ਓਵਰਆਲ ਸੋਸ਼ਲ ਪਰਫਾਰਮੈਂਸ ਹੁੰਦੀ ਹੈ ਜੀ, ਦੈਟ ਇਜ਼ ਸਮਵੇਅਰ ਉਹ ਮਿਸ ਹੋ ਰਹੀ ਹੈ। ਉਹ ਮਤਲਬ ਬੱਚਿਆਂ 'ਚ ਮਤਲਬ ਇੱਕ ਇਮੋਸ਼ਨਲ ਕਮੀ ਆਈ ਹੈ।
ਤੁਹਾਡੇ ਕੋਲ ਆਉਂਦੇ ਆ ਇੱਕ ਅਧਿਆਪਕ ਦੇ ਤੌਰ ਤੇ ਕੇਸ ਆਉਂਦੇ ਕਿ ਨੇ। ਮਾਂ-ਬਾਪ ਵਕਤ ਨਹੀਂ ਦੇ ਰਹੇ ਬੱਚਿਆਂ ਨੂੰ? ਬਿਲਕੁਲ ਆਉਂਦੇ ਨੇ। ਔਰ ਤੁਸੀਂ ਵਰੁਣ ਜੀ ਤੁਸੀਂ ਯਕੀਨ ਮੰਨਿਓ, ਕਲਾਸ 'ਚ ਬੈਠੇ ਨਾ ਸਾਨੂੰ ਪਤਾ ਚੱਲ ਜਾਂਦਾ ਕਿ ਬੱਚੇ ਦੀ ਪ੍ਰੋਬਲਮ ਕੀ। ਬੱਚਾ ਬੜਾ ਇੰਟੈਲੀਜੈਂਟ ਹੁੰਦਾ ਬਟ ਫਿਰ ਵੀ ਉਹ ਕਨਸੈਂਟਰੇਟ ਨਹੀਂ ਕਰ ਪਾਉਂਦਾ। ਫਿਰ ਉਹਨੂੰ ਨਾ ਬਹਾਨੇ ਨਾਲ ਅਸੀਂ ਡਿਪਾਰਟਮੈਂਟ 'ਚ ਬੁਲਾਈਦਾ ਜਦੋਂ ਅਸੀਂ ਇਕੱਲਾ ਇੱਕ ਪਰਸਨਲ ਸਪੇਸ ਦੇ ਸਕੀਏ ਜੀ। ਫਿਰ ਅਸੀਂ ਗੱਲਾਂ 'ਚ ਉਹਦੇ ਨਾਲ ਕੋਸ਼ਿਸ਼ ਕਰੀਦੀ ਹੈ। ਫਿਰ ਪਹਿਲੇ ਤਾਂ ਉਹਦੇ ਅਸੀਂ ਐਪਰੀਸ਼ੀਏਟ ਕਰਦੇ ਹਾਂ, ਤੇਰਾ ਸੂਟ ਬਹੁਤ ਸੋਹਣਾ, ਤੂੰ ਸੋਹਣੀ ਬਹੁਤ ਲੱਗਦੀ ਹੈ, ਤੂੰ ਇਦਾਂ ਹੈ, ਤੇਰਾ ਤੂੰ ਆਨਸਰ ਬਹੁਤ ਲਿਖਿਆ, ਬਹੁਤ ਵਧੀਆ ਲਿਖਿਆ ਹੈ, ਅੱਛਾ ਤੁਹਾਡਾ ਕਿੱਦਾਂ, ਅੱਛਾ ਬੱਚੇ ਤੁਸੀਂ ਸੈਡ ਕਿਉਂ ਰਹਿੰਦੇ ਹੋ, ਕੀ ਗੱਲ ਹੈ? ਬੱਚਾ ਇੱਕਦਮ ਨਹੀਂ ਖੁੱਲਦਾ ਤੁਹਾਡੇ ਨਾਲ। ਤੁਹਾਨੂੰ ਇਨਵੈਸਟਮੈਂਟ ਕਰਨੀ ਪੈਂਦੀ ਹੈ, ਟਾਈਮ ਦੇਣਾ ਪੈਂਦਾ ਹੈ। ਫਿਰ ਬੱਚਾ ਇੱਕ ਸਾਰਾ ਕੁਝ ਉਲਟ ਦਿੰਦਾ ਹੈ। ਫਿਰ ਕਈ ਵਾਰੀ ਜਿੱਦਾਂ ਮੇਰੇ ਨਾਲ ਜਦੋਂ ਇਦਾਂ ਦੇ ਸੀਨ ਵਾਪਰਦੇ ਆ, ਉਹਨਾਂ ਨੂੰ ਮੈਂ ਕਹਿੰਦੀ ਅੱਛਾ वो उनकी कोई प्रॉब्लम, मतलब ਉਹਨਾਂ ਨੂੰ ਮੈਂ ਕਹਿੰਦੀ ਉਹ ਮੰਮੀ ਦੀ ਨਾ ਕੋਈ ਪ੍ਰੋਬਲਮ ਹੋਏਗੀ, ਚਲ ਅੱਜ ਤੋਂ ਬਾਅਦ ਮੈਂ ਤੇਰੀ ਮਾਂ, ਠੀਕ ਹੈ, ਮੈਨੂੰ ਰੋਜ਼ ਮਿਲਣ ਆਏਂਗੀ ਜੀ, ਮੇਰੇ ਨਾਲ ਰੋਜ਼ ਖਾਣਾ ਖਾਏਂਗੀ ਜੀ। ਕਈ ਵਾਰੀ ਅਸੀਂ ਖਾਣਾ ਵੀ ਇਕੱਠੇ ਕਰ ਲਈਦਾ ਵਰੁਣ ਜੀ। ਮਤਲਬ ਪਹਿਲੇ ਕੀ ਹੁੰਦਾ ਸੀਗਾ ਕਿ ਇੱਕ ਡਿਸਟੈਂਸ ਹੁੰਦਾ ਸੀਗਾ ਟੀਚਰ ਔਰ ਸਟੂਡੈਂਟ ਦੇ ਵਿੱਚ। ਬਿਲਕੁਲ। ਹੁਣ ਸਾਨੂੰ ਸਪੈਸ਼ਲ ਹਿਦਾਇਤਾਂ ਆਉਂਦੀਆਂ ਸਰਕਾਰ ਵੱਲੋਂ ਵੀ ਜੀ, ਠੀਕ ਹੈ, NGOs ਵੱਲੋਂ ਵੀ, ਜਿਹੜੇ ਅਸੀਂ ਸੈਮੀਨਾਰ ਵੀ ਲਾਈਦੇ, ਜਿਹੜੀ ਟੀਚਰ ਟ੍ਰੇਨਿੰਗ ਵੀ ਹੁੰਦੀ ਹੈ ਜੀ, ਕਿ ਅਸੀਂ ਬੱਚਿਆਂ ਦੇ ਇੰਟੈਲੈਕਚੁਅਲ ਨੀਡ ਦੇ ਨਾਲ ਉਹਨਾਂ ਦੀ ਜਿਹੜੀ ਇਮੋਸ਼ਨਲ ਨੀਡ ਹੈ ਉਸ ਵੱਲ ਵੀ ਅਸੀਂ ਧਿਆਨ ਦੇ, ਕਿਉਂਕਿ ਇਮੋਸ਼ਨਲੀ ਉਹ ਭਰੇ ਹੋਣਗੇ ਤਾਂ ਇੰਟੈਲੈਕਚੁਅਲਿਜ਼ਮ ਨਿਕਲੇਗਾ, ਨਹੀਂ ਤਾਂ ਇੰਟੈਲੈਕਚੁਅਲਿਜ਼ਮ ਵੀ ਦਬ ਕੇ ਰਹਿ ਜਾਣਾ। ਕਹਿੰਦੇ ਕਿ ਬੱਚੇ ਗਲਤੀਆਂ ਨਹੀਂ ਕਰਨਗੇ ਤਾਂ ਕੌਣ ਕਰੇਗਾ। ਸੋ ਬੱਚੇ ਆ, ਉਹਨਾਂ ਤੋਂ ਗਲਤੀ ਹੋਣੀ ਸੁਭਾਵਿਕ ਆ, ਪਰ ਕਈ ਬੱਚੇ ਜਿਹੜੇ ਚਲੋ ਨਹੀਂ ਕਰਦੇ ਪਰ ਬਹੁਤਿਆਂ ਤੋਂ ਹੋ ਜਾਂਦੀ। ਉਸ ਦਰਮਿਆਨ ਨਾ ਬਹੁਤੇ ਵਿਦਿਆਰਥੀ ਡਰ ਜਾਂਦੇ ਆ ਕਿ ਘਰੇ ਜਾ ਕੇ ਦੱਸਿਆ ਕਿਤੇ ਪੇਰੈਂਟਸ ਕਾਲਜ ਨਾ ਪਹੁੰਚ ਜਾਣ, ਕਿਤੇ ਜੇ ਕਾਲਜ ਆ ਗਏ ਤੇ ਟੀਚਰਾਂ ਦਾ ਮੋਹਰਿਓਂ ਝਿੜਕ ਦੇਣ। ਉਹ ਬੱਚੇ ਨਾ ਇਹ ਨਹੀਂ ਸੋਚਦੇ ਕਿ ਅਸੀਂ ਗੱਲ ਆਪਣੀ ਸ਼ੇਅਰ ਕਰੀਏ। ਡਰ ਨਹੀਂ ਘਟਦਾ। ਇਹ ਡਰ ਘਟਣਾ, ਬੱਚੇ ਦਾ ਖੁੱਲ ਕੇ ਸਾਹਮਣੇ ਆਉਣਾ, ਜੇ ਗਲਤੀ ਹੋ ਵੀ ਜਾਂਦੀ ਆ ਅਧਿਆਪਕ ਕਿੱਦਾਂ ਸਮਝਾਵੇ? ਦੇਖੋ ਅਸੀਂ ਨਾ 2-3 ਪ੍ਰੋਗਰਾਮ ਚਲਾਈਦੇ, ਹਰ ਕਾਲਜ ਚਲਾਉਂਦਾ ਜੀ। ਇੱਕ ਕਾਉਂਸਲਿੰਗ ਸੈੱਲ ਹੁੰਦਾ ਜਿਹੜਾ ਸਾਈਕੋਲੋਜੀ ਦਾ ਡਿਪਾਰਟਮੈਂਟ ਹੈਂਡਲ ਕਰਦਾ ਜੀ। ਇੱਕ ਅਸੀਂ ਮੈਂਟਰਿੰਗ ਪ੍ਰੋਗਰਾਮ ਸ਼ੁਰੂ ਕੀਤਾ ਹੈ, UGC ਵੱਲੋਂ ਇੱਕ ਨਵੀਂ ਸਾਨੂੰ ਹਿਦਾਇਤ ਆਈ ਹੈ ਜੀ। ਉਹਦੇ 'ਚ ਕੀ ਹੈ ਕਿ ਹਰ ਟੀਚਰ ਨੂੰ 15-15 ਬੱਚੇ ਵੰਡੇ ਹੋਏ ਹੈ, ਜਿਨ੍ਹਾਂ ਨੇ ਡਾਇਰੈਕਟਲੀ ਇਨਡਾਇਰੈਕਟਲੀ ਬੱਚੇ ਦੀ ਮੈਂਟਲ ਹੈਲਥ ਦਾ ਧਿਆਨ ਰੱਖਣਾ ਹੈ ਜੀ। ਬੱਚਾ ਸਾਡੇ ਕੋਲ ਆਵੇ ਜਾਂ ਨਾ ਆਵੇ, ਆਪਣੀ ਪ੍ਰੋਬਲਮ ਡਿਸਕਸ ਕਰੇ ਜਾਂ ਨਾ ਕਰੇ, ਅਸੀਂ ਉਸ ਤੱਕ ਪਹੁੰਚਣਾ। ਓਕੇ, ਇਹ ਅਸੀਂ ਇਹ ਵਾਲਾ ਇਨੀਸ਼ੀਏਟਿਵ ਲੈਣੇ ਆ ਜੀ। ਅਸੀਂ ਦੇਖਣਾ ਹੈ ਕਿ ਜੇ ਬੱਚੇ ਦੀ ਪਰਫਾਰਮੈਂਸ 'ਚ ਥੋੜੀ ਗਿਰਾਵਟ ਆ ਰਹੀ ਤੇ ਕਿਉਂ ਆ ਰਹੀ ਹੈ, ਔਰ ਅਗਰ ਉਹ ਗਰੋ ਕੀਤਾ ਤਾਂ ਉਹਦੇ ਵੀ ਕੀ ਰੀਜ਼ਨ ਹੈ ਜੀ, ਸੋ ਦੈਟ ਅਸੀਂ ਉਹ ਮਾਡਲ ਦੂਸਰੇ ਬੱਚਿਆਂ ਦੇ ਵੀ ਅਪਣਾ ਸਕੀਏ। ਠੀਕ ਹੈ, ਤੇ ਗੈਟ ਟੂਗੇਦਰ ਦੇ ਪ੍ਰੋਗਰਾਮਸ ਆਪਾਂ ਜ਼ਿਆਦਾ ਕਰੀਦੇ ਆ ਜੀ। ਔਰ ਤੁਹਾਡੀ ਬਿਲਕੁਲ ਸਹੀ ਗੱਲ ਹੈ ਕਿ ਅੱਜ ਕੱਲ ਪਰਿਵਾਰਾਂ 'ਚ ਕੁਝ ਕਮੀਆਂ ਵਾਕਈ ਨੇ ਕਿ ਬੱਚੇ ਬਹੁਤ ਜ਼ਿਆਦਾ ਨਹੀਂ ਡਿਸਕਸ ਕਰਦੇ। ਪਹਿਲੇ ਤਾਂ ਦੇਖੋ ਸਾਡੇ ਜ਼ਮਾਨੇ ਬਹੁਤ ਵਧੀਆ ਸੀ, ਸਾਡੇ ਕੋਲ ਸਹੇਲੀਆਂ ਸੀ ਹਨਾ, ਤੇ ਸਾਨੂੰ ਤਾਂ ਬਸ ਇਹੀ ਕਹਿੰਦੇ ਸੀ ਤਾਂ ਸਿਰ ਹੀ ਖਾਂਦੀ ਰਹਿੰਦੀ ਹਨਾ। ਅਸੀਂ ਤਾਂ ਜਦ ਤੱਕ ਸਾਰਾ ਕੁਝ ਦੱਸਦੇ ਨਹੀਂ ਸੀ, ਸਾਨੂੰ ਕੁਝ ਹਜਮ ਨਹੀਂ ਸੀ ਹੁੰਦਾ। ਪਰ ਅੱਜ ਦਾ ਜਿਹੜਾ ਬੱਚਾ ਥੋੜਾ ਕੌਨਸ਼ੀਅਸ ਹੋ ਗਿਆ ਜੀ, ਕਿਉਂਕਿ ਮਾਪਿਓ ਕੋਲ ਟਾਈਮ ਨਹੀਂ ਹੈ ਹਨਾ, ਔਰ ਅਸੀਂ ਆਪਣੇ ਨੂੰ ਹੋਰ ਕਈ ਕੰਮਾਂ 'ਚ ਅਸੀਂ ਬਿਜ਼ੀ ਕਰ ਲਿਆ। ਇਹ ਖਾਸ ਕਰ ਜਿਹੜੀ ਕਿੱਟੀਜ਼ 'ਚ ਜਾਣ ਵਾਲੀਆਂ ਮਾਮੀਆਂ ਹੈ ਜੀ, ਮੈਂ ਉਹਨਾਂ ਨੂੰ ਇੱਕ ਜ਼ਰੂਰ ਰਿਕੁਐਸਟ ਕਰੂੰਗੀ ਕਿ ਤੁਸੀਂ ਕਿੱਟੀਜ਼ 'ਚ ਵੀ ਜਾਓ, ਲੇਕਿਨ ਜਿਹੜੇ ਬੱਚਿਆਂ ਨਾਲ ਵੀ ਕਿੱਟੀ ਘਰ 'ਚ ਵੀ ਪਾਓ। ਜਦੋਂ ਅਸੀਂ ਵਿਦਿਆਰਥੀਆਂ ਦੇ ਕੋਲ ਹੁੰਦੇ ਆ ਜਾਂ ਕੋਈ ਵਿਦਿਆਰਥੀ ਸਾਡੇ ਕੋਲ ਪੜ੍ਹ ਰਿਹਾ ਹੁੰਦਾ ਜਾਂ ਅਸੀਂ ਵਿਦਿਆਰਥੀ ਸੀ ਅਧਿਆਪਕ ਦੇ ਨਾਲ, ਜਿੱਦਾਂ ਰਿਸ਼ਤੇ ਦੀ ਗੱਲ ਕੀਤੀ ਤੁਸੀਂ, ਵਾਕਈ ਬਹੁਤ ਬਦਲਾਅ ਆਇਆ ਸਮਾਜ ਦੇ ਵਿੱਚ, ਬਹੁਤ ਸਾਰੀਆਂ ਚੀਜ਼ਾਂ ਬਦਲੀਆਂ। ਮਤਲਬ ਅਧਿਆਪਕ ਦੇ ਕੋਲ ਅੱਗੇ ਮਾਂ-ਬਾਪ ਦਾ ਪਹੁੰਚਣਾ ਇਦਾਂ ਹੋਣਾ ਪਤਾ ਨਹੀਂ ਕਿਹੜਾ ਗੁਨਾਹ ਕਰ ਦਿੱਤਾ। ਸਾਰੀ ਕਲਾਸ ਨੇ ਦੇਖਣਾ ਕਿ ਇਹਦੇ ਮੰਮੀ ਡੈਡੀ ਸਕੂਲ ਆਏ ਨੇ, ਪੱਕਾ ਕੁਛ ਕੀਤਾ ਹੋਊਗਾ। ਹੁਣ ਹੌਲੀ-ਹੌਲੀ PTM ਵਧੇ, ਆਪਸ 'ਚ ਮਾਂ-ਬਾਪ ਦੇ ਨਾਲ ਰਾਬਤਾ ਕਾਇਮ ਹੋਇਆ। ਜਦੋਂ ਤੁਹਾਨੂੰ ਲੱਗਦਾ ਹੈ ਕਿ ਜੇ ਇੱਕ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਆਪਸ 'ਚ ਗੂੜਾ ਹੋਣਾ ਚਾਹੀਦਾ ਤੇ ਅਧਿਆਪਕ ਦਾ ਉਸ ਵਿਦਿਆਰਥੀ ਦੇ ਮਾਂ-ਬਾਪ ਦੇ ਨਾਲ ਵੀ ਰਿਸ਼ਤਾ ਵਧੀਆ ਹੋਣਾ ਚਾਹੀਦਾ। ਬਿਲਕੁਲ ਜੀ, ਬਿਲਕੁਲ। ਪਹਿਲੇ ਜਿਹੜੇ ਨਾ PTM ਹੁੰਦੇ ਸੀਗੇ ਲਿਮਿਟਿਡ ਸਕੂਲਸ ਤੱਕ, ਤੁਹਾਨੂੰ ਪਤਾ ਹੈ ਅੱਜ ਯੂਨੀਵਰਸਿਟੀਜ਼ 'ਚ ਵੀ, ਸੈਂਟਰਲ ਯੂਨੀਵਰਸਿਟੀਜ਼ ਵੀ PTM ਕੰਡਕਟ ਕਰਾ ਰਹੀਆਂ। ਬਿਲਕੁਲ, ਸਾਡਾ ਕਾਲਜ ਹੈ, ਅਸੀਂ ਵੀ PTM, ਅਸੀਂ ਕੀ ਸਾਰੇ ਕਾਲਜਸ PTM ਕੰਡਕਟ ਕਰਾ ਰਹੇ ਜੀ। ਕਿਉਂਕਿ ਹਾਇਰ ਐਜੂਕੇਸ਼ਨ 'ਚ ਜਦੋਂ ਬੱਚਾ ਵੱਡਾ 18 ਸਾਲ ਤੋਂ ਉੱਪਰ ਜਦੋਂ ਵੱਧ ਜਾਂਦਾ ਨਾ, ਲੋਕ ਸੋਚਦੇ ਵੱਡਾ ਹੋ ਗਿਆ ਉਹਦੀ ਉਂਗਲੀ ਛੱਡ ਦਿਓ, ਉਦੋਂ ਤਾਂ ਉਂਗਲੀ ਫੜਨ ਦੀ ਨਾ ਜ਼ਿਆਦਾ ਲੋੜ ਹੁੰਦੀ ਹੈ, ਕਿਉਂਕਿ ਉਦੋਂ ਜ਼ਿੰਦਗੀ 'ਤੇ ਸਹੀ ਟੈਸਟ ਦੇ ਰਿਹਾ ਹੁੰਦਾ ਹੈ।
ਜ਼ਿੰਦਗੀ ਪਲ ਪਲ ਤੇ ਉਹਦੇ ਇਮਤਿਹਾਨ ਲੈ ਰਹੀ ਹੁੰਦੀ ਹੈ। ਬਿਲਕੁਲ। ਤੇ ਉਹਨਾਂ ਇਮਤਿਹਾਨਾਂ ਦੇ ਨਾਲ ਤੁਹਾਨੂੰ ਕੋਲ ਖੜੇ ਹੋਣਾ ਪੈਂਦਾ ਹੈ। ਤੇ ਜੇਕਰ ਸਾਡੇ ਉਹਨਾਂ ਦੇ ਮਾਪਿਓ ਨਾਲ ਇੱਕ ਅੱਛੀ ਸਾਡਾ ਤਾਲਮੇਲ ਹੋਏਗਾ ਤੇ ਫਿਰ ਸਟੂਡੈਂਟ ਨਾਲ ਤੇ ਆਟੋਮੈਟਿਕਲੀ ਹੋ ਜਾਏਗਾ। ਤੇ ਇਹ ਅੱਜ ਕੱਲ ਜਿਹੜਾ ਪੀਟੀਐਮ ਹੈ ਕਾਲਜਸ 'ਚ ਵੀ ਬਹੁਤ ਮੈਂਡੇਟਰੀ ਬਣ ਗਿਆ ਹੈ ਜੀ। ਮਤਲਬ ਯੂਨੀਵਰਸਿਟੀਜ਼ 'ਚ ਵੀ ਹੋ ਰਿਹਾ ਹੈ। ਨਹੀਂ ਤਾਂ ਪੀਟੀਐਮ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਹੁਣ ਤਾਂ ਅਸੀਂ ਬਸ ਪਹਿਲੇ 5ਵੀਂ 6ਵੀਂ ਤੱਕ ਇੰਪੋਰਟੈਂਟ ਸਮਝਿਆ, ਉਹ ਵੀ ਰਿਜ਼ਲਟ ਦੇਣ ਦੇ ਲਈ, ਉਹ ਵੀ ਰਿਜ਼ਲਟ ਦੇਖਣ ਲਈ। ਹੁਣ ਏਦਾਂ ਨਹੀਂ ਹੈ, ਹੁਣ ਚੇਂਜ ਹੈ। ਕਾਲਜ 'ਚ ਵੀ ਜਿਹੜੇ ਮਾਪਿਓ ਆਉਂਦੇ ਆ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜ਼ਿਆਦਾ ਦੇ ਜ਼ਿਆਦਾ ਬੱਚਿਆਂ ਨੂੰ ਮਾਪਿਓ ਦੇ ਸਾਹਮਣੇ ਅਵਾਰਡਸ ਦਈਏ। ਬਿਲਕੁਲ, ਠੀਕ ਕੀ ਬਾਤ ਹੈ, ਹੈ। ਐਪਰੀਸ਼ੀਏਟ ਕਰੀਏ ਤਾਂ ਕਿ ਮਾਪਿਓ ਨੂੰ ਪਤਾ ਚੱਲੇ ਕਿ ਉਹਨਾਂ ਦੇ ਘਰ ਕਿਹੜਾ ਟੈਲੈਂਟ ਬੈਠਾ ਤੇ ਇਸ ਟੈਲੈਂਟ ਨੂੰ ਹੋਰ ਅਸੀਂ ਕਿੱਦਾਂ ਅੱਗੇ ਵਧਾਉਣਾ ਹੈ। ਕਈ ਵਾਰੀ ਉਦਾਂ ਮੈਂ ਦੇਖਿਆ ਕਿ ਮਾਂ-ਬਾਪ ਨੂੰ ਕਨਵਿੰਸ ਕਰਨਾ ਵੀ ਬੜਾ ਔਖਾ ਹੁੰਦਾ ਨਾ, ਕਿ ਕੋਈ ਨਹੀਂ, ਤੁਹਾਡੇ ਬੱਚੇ 'ਚ ਟੈਲੈਂਟ ਹੈਗਾ, ਇਹਨੂੰ ਗਾਂ ਪੜ੍ਹ ਲੈਣ ਦਿਓ, ਕੋਈ ਨਹੀਂ, ਇਹਨੂੰ ਇਸ ਚੀਜ਼ ਦੇ ਵਿੱਚ ਜਾ ਲੈਣ ਦਿਓ। ਮੈਨੂੰ ਤਾਂ ਕਦੇ-ਕਦੇ ਲੱਗਦਾ ਨਾ ਮਾਂ-ਬਾਪ ਨੂੰ ਸਮਝਾਉਣਾ ਔਖਾ ਹੋ ਜਾਂਦਾ। ਮੈਂ ਤੁਹਾਡੇ ਨਾਲ ਇੱਥੇ ਇੱਕ ਕਿੱਸਾ ਸ਼ੇਅਰ ਕਰੂੰਗੀ ਜੀ। ਮੇਰੇ ਕੋਲ ਇੱਕ ਬੱਚੀ ਆਈ ਕਲਾਸ 'ਚ, ਬੜੀ ਅੱਛੀ, ਠੀਕ ਹੈ, ਧਿਆਨ ਨਹੀਂ ਦੇ ਰਹੀ ਸੀ ਕਲਾਸ 'ਚ, ਠੀਕ ਅੱਛਾ ਹੈ ਜੀ। ਮਤਲਬ ਬਿਲਕੁਲ ਉਹ ਮਤਲਬ ਇੱਕ ਦਿਨ ਆਣਾ, 2 ਦਿਨ ਨਹੀਂ ਆਣਾ, 3 ਦਿਨ ਆਣਾ, ਏਦਾਂ ਬੜੀ ਪਰੇਸ਼ਾਨੀ ਜੀ, ਕਲਾਸ 'ਚ ਅਟੈਂਸ਼ਨ ਨਹੀਂ ਦੇਣੀ जी। ਉਹਨੂੰ। मैं क्या बेटा आप डिपार्टमेंट में ये मेरा रजिस्टर रखा होगे? तो वो रजिस्टर रखन गई, मैं उस तो पहले डिपार्टमेंट च पहुंच गई जी। उन्होंने मैं क्या आओ बेटा जी, ये आपने बहुत सुंदर हेयर स्टाइल किया है, बहुत अच्छा किया है। उन्हें मैंने जवाब नहीं दिता। अच्छा जी। ਦੂਜੀ ਵਾਰੀ ਫੇਰ ਉਹਨੂੰ ਮੈਂ ਬੁਲਾਇਆ, ਮੈਂ ਇਦਾਂ ਉਹਦੇ ਨਾਲ ਪਹਿਲੇ ਕੀਤਾ। ਮੈਂ ਕਿਹਾ ਬੱਚੇ ਕੀ ਗੱਲ ਹੈ, ਤੁਸੀਂ ਇੰਨੇ ਇੰਟੈਲੀਜੈਂਟ ਹੋ, ਇੰਨੇ ਵਧੀਆ, ਤੁਸੀਂ ਇੰਟਰਸਟ ਨਹੀਂ ਲੈ ਰਹੇ? ਕਹਿੰਦੀ ਮੈਡਮ ਜੀ ਮੈਂ ਨਾ ਲਾਅ ਕਰਨੀ ਸੀ, ਮੈਂ ਕੋਰਟ 'ਚ ਜਾਣਾ ਸੀਗਾ ਤੇ ਮੇਰੇ ਮਾਪਿਓ ਨੇ ਮੈਨੂੰ ਝੂਠ ਬੋਲ ਕੇ ਮੈਨੂੰ ਇੱਥੇ ਪਾਤਾ, ਹੁਣ ਮੈਂ ਕੁਝ ਵੀ ਨਹੀਂ ਕਰਨਾ, ਹੁਣ ਮੈਂ ਪੜ੍ਹਨਾ ਵੀ ਨਹੀਂ, ਮੈਂ ਇਦਾਂ ਵੀ ਨਹੀਂ ਉੱਦਾਂ ਨਹੀਂ। ਤਾਂ ਉਹ ਆਪਣੇ ਮਾਪਿਓ ਨੂੰ ਮਹੀਨਾ ਹੋ ਗਿਆ ਸੀ, ਉਹ ਕੁੜੀ ਗੱਲਬਾਤ ਨਹੀਂ ਸੀ ਕਰ ਰਹੀ ਔਰ ਉਹ ਮਾਂ ਦੀ ਜ਼ਿਆਦਾ ਵੈਰਨ ਬਣੀ ਹੋਈ ਸੀਗੀ। ਉਹ ਕੁੜੀ ਬਾਗੀ ਹੋ ਜਾਂਦੇ ਅੱਜ ਦੇ ਬੱਚੇ ਹੋ ਜਾਂਦੇ ਬਾਗੀ। ਕਹਿੰਦੇ ਵੀ ਮੈਨੂੰ ਕੋਰਟ 'ਚ ਕਿਉਂ ਨਹੀਂ ਪਾਇਆ, ਜਾਂ ਮੈਂ ਲਾਅ ਕਰਨਾ ਚਾਹੁੰਦੀ ਸੀਗੀ। ਉਹਨਾਂ ਨੇ ਮਾਪਿਓ ਨੇ ਝੂਠ ਬੋਲ ਕੇ ਉਹਨੂੰ ਕਿਸੇ ਹੋਰ ਪ੍ਰੋਗਰਾਮ 'ਚ ਐਡਮਿਸ਼ਨ ਲੈ ਦਿੱਤੀ। ਅੱਛਾ ਜੀ। ਘੱਟੋ ਘੱਟ ਫਿਰ ਮੈਨੂੰ 15 ਦਿਨ ਲੱਗ ਗਏ ਉਹਦੀ ਕਾਉਂਸਲਿੰਗ ਕਰਨ ਲਈ, ਉਹਨੂੰ ਸੈੱਟ ਕਰਨ ਲਈ, ਉਹਨੂੰ ਸਮਝਾਉਣ 'ਚ ਕਿ ਦੇਖ ਮਾਪਿਓ ਦੀਆਂ ਆਹ ਰੀਜ਼ਨਸ ਹੁੰਦੀਆਂ, ਹਨਾ, ਤੇਰੀਆਂ ਆਹ ਰੀਜ਼ਨਸ ਆ, ਵੀ ਤੇਰੇ ਹਜੇ ਵੀ ਤੇਰੇ ਕੋਲ ਆਪਸ਼ਨ ਹੈਗੀ ਹੈ ਵੀ ਤੂੰ ਸਾਲ ਇੱਥੇ ਲਗਾ, ਤੂੰ ਇਸ ਕਾਬਿਲ ਬਣ, ਠੀਕ ਹੈ, ਔਰ ਫਿਰ ਤੂੰ ਦੁਬਾਰਾ ਉਹੀ ਉਹ ਕੋਰਸ ਕਰ ਜਿੱਥੇ ਤੂੰ ਜਾਣਾ ਚਾਹੁੰਦੀ ਸੀਗੀ। ਤੇ ਇਦਾਂ ਕਰਕੇ ਅਸੀਂ ਉਹ ਬੱਚੇ ਨੂੰ ਸੈੱਟ ਕੀਤਾ ਔਰ ਰੱਬ ਦੀ ਦਇਆ ਨਾਲ ਬੱਚਾ ਹੁਣ ਨਾਰਮਲ ਹੈ। ਪਰ ਕਈ ਵਾਰੀ ਮਾਂ ਪਿਓ ਵੀ ਬਹੁਤ ਗਲਤੀਆਂ ਕਰ ਜਾਂਦੇ ਨੇ ਔਰ ਮੇਰੀ ਗੁਜ਼ਾਰਿਸ਼ ਹੈ ਮਾਂ ਪਿਓ ਨੂੰ ਕਿ ਪਲੀਜ਼ ਤੁਸੀਂ ਉਹਨਾਂ ਬੱਚਿਆਂ ਦੀ ਭਾਵਨਾ ਸਮਝੋ। ਮੈਂ ਮੰਨਦੀ ਹਾਂ ਤੁਸੀਂ ਫੀਸਾਂ ਦਾ ਇੰਤਜ਼ਾਮ ਕਰਦੇ ਹੋ, ਬਿਲਕੁਲ, ਮੈਂ ਮੰਨਦੀ ਹਾਂ ਬੱਚੇ ਤੁਹਾਡੇ ਤੇ ਡਿਪੈਂਡੈਂਟ ਹੈ, ਬਿਲਕੁਲ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਨਾਂ ਦੇ ਦਿਲ ਦੀ ਗੱਲ ਹੀ ਨਾ ਸੁਣੋ। ਕਿਉਂਕਿ ਮੈਂ ਨਾ ਬਹੁਤ ਸਾਰੇ ਅਧਿਆਪਕਾਂ ਦੇ ਨਾਲ ਬੈਠ ਕੇ ਦੇਖਿਆ, ਜਦੋਂ ਉਹ ਬੱਚੇ ਦਾ ਪੱਖ ਦੇਖਦੇ ਆ ਨਾ, ਫਿਰ ਇਦਾਂ ਲੱਗਦਾ ਹੁੰਦਾ ਨਹੀਂ, ਸਮਾਜ ਵਿੱਚ ਇੱਕ ਵਿਦਿਆਰਥੀ ਦਾ ਪੱਖ ਵੀ ਚੁੱਕਣਾ ਚਾਹੀਦਾ। ਤੇ ਦੂਸਰੇ ਪਾਸੇ ਮੋਟੀਵੇਟ ਕੀ ਕਰਦਾ ਸਭ ਤੋਂ ਵੱਧ ਵਿਦਿਆਰਥੀਆਂ ਨੂੰ? ਕਿਉਂਕਿ ਕਈ ਵਾਰੀ ਕਈ ਸ਼ਰਾਰਤੀ ਹੁੰਦੇ ਨੇ, ਕਈ ਵਿਚਾਰੇ ਭੋਲੇ ਭਾਲੇ ਹੁੰਦੇ ਨੇ, ਹਨਾ, ਕਈ ਜਿਹੜੇ ਆ ਬਹੁਤ ਏਦਾਂ ਦਿਲਚਸਪੀ ਰੱਖਦੇ ਹਰ ਚੀਜ਼ ਦੇ ਵਿੱਚ। ਸਭ ਤੋਂ ਵੱਧ ਮੋਟੀਵੇਟ ਕੀ ਕਰਦਾ ਵਿਦਿਆਰਥੀਆਂ ਨੂੰ? ਮੈਨੂੰ ਲੱਗਦਾ ਮੇਰੇ ਕੋਲ ਤਾਂ ਜਿਹੜਾ ਡੰਡਾ ਹੈ ਨਾ, ਪਿਆਰ ਦਾ ਡੰਡਾ ਹੀ ਹੈ। ਮੈਂ ਉਹਨਾਂ ਨੂੰ ਇੱਕ ਸਮਾਈਲ ਦੇਣੀ ਹੈ ਔਰ ਜਦੋਂ ਕੋਈ ਉਹਨਾਂ ਦੀ ਅੱਛੀ ਪਰਫਾਰਮੈਂਸ ਹੁੰਦੀ ਹੈ, ਉਹਨਾਂ ਨੂੰ ਮੈਂ ਕਹਿੰਦੀ ਆ ਜਾ ਬੱਚੇ, ਮੈਨੂੰ ਜਸਟ ਗਿਵ ਮੀ ਵਨ ਹੱਗ ਐਂਡ ਦੈਟ ਚੇਂਜਸ देयर ਲਾਈਫ। ਉਹਨਾਂ ਦੀ ਲਾਈਫ ਬਦਲ ਕੇ ਰੱਖ ਦਿੰਦਾ ਹੈ ਇਹ ਛੋਟਾ ਜਿਹਾ ਇਨਸੀਡੈਂਟ। ਮਤਲਬ ਬੱਚਿਆਂ ਨੂੰ, ਬੱਚੇ ਪਿਆਰ ਦੇ ਭੁੱਖੇ ਹੈ। ਮੈਨੂੰ ਲੱਗਦਾ ਪਿਆਰ ਹੀ ਜਵਾਬ ਹੈ ਹਰ ਚੀਜ਼ ਦਾ। ਤੇ ਥੋੜਾ ਬਹੁਤਾ ਡਰ ਵੀ ਅਧਿਆਪਕ ਦਾ ਜ਼ਰੂਰੀ ਜਿਹੜਾ ਲੱਗਦਾ ਤੁਹਾਨੂੰ ਬੱਚਿਆਂ ਚੋਂ ਘਟਿਆ? ਇਹ ਗੱਲ ਮੈਂ ਤਾਂ ਐਂਡ ਤੇ ਆ ਕੇ ਕੀਤੀ ਆ ਕਿਉਂਕਿ ਥੋੜਾ ਜਿਹਾ ਵਿਦਿਆਰਥੀਆਂ ਨੂੰ ਵੀ ਲੱਗੇ ਕਿ ਹਾਂ ਉਹਨਾਂ ਦੀ ਗਲਤੀ ਕਿੱਥੇ ਆ। ਦੇਖੋ ਦੋ ਚੀਜ਼ਾਂ ਹੁੰਦੀਆਂ, ਕਮਾਂਡ ਤੇ ਡਿਮਾਂਡ। ਡਿਮਾਂਡ ਦਾ ਮਤਲਬ ਜਦੋਂ ਅਸੀਂ ਦੇਖੋ ਟੀਚਰ ਅੱਛੀ ਤਰ੍ਹਾਂ ਕਲਾਸ 'ਚ ਪੜ੍ਹਾਏਗਾ ਜੀ ਤੇ ਸਟੂਡੈਂਟ ਨੇ ਫੋਲੋ ਹੀ ਕਰਨਾ, ਉਹਨਾਂ ਨੇ ਡਰਨਾ ਹੀ ਡਰਨਾ। ਜਦੋਂ ਟੀਚਰ ਖੁਦ 100% ਆਪਣਾ ਦੇਗਾ ਨਾ ਜੀ ਤੇ ਸਟੂਡੈਂਟ ਵੀ ਦੇਣਗੇ। ਬਾਕੀ ਡਰ ਤਾਂ ਬੱਚਿਆਂ ਦਾ ਘਟਿਆ, ਥੋੜਾ ਜਿਹਾ ਘਟਿਆ। ਕਿਉਂ ਘਟਿਆ? ਉਹਦਾ ਅਗੇਨ ਜਿਹੜਾ ਰੀਜ਼ਨ ਹੈ ਦੈਟ ਇਜ਼ ਅਗੇਨ ਮੋਬਾਈਲਸ। ਠੀਕ ਹੈ, ਹੁਣ ਉਹਨਾਂ ਦਾ ਐਕਸਪੋਜ਼ਰ ਬਹੁਤ ਜ਼ਿਆਦਾ ਹੋ ਗਿਆ ਜੀ। ਹੁਣ ਜਿਹੜੀਆਂ ਐਂਟੀ ਸੋਸ਼ਲ ਐਲੀਮੈਂਟ ਹੈ ਉਹ ਉਹਨਾਂ ਨੂੰ ਬਹੁਤ ਉਧਰ ਦੂਜੇ ਪਾਸੇ ਲਈ ਜਾ ਰਿਹਾ ਕਿ ਨਹੀਂ ਨਹੀਂ ਕੋਈ ਗੱਲ ਨਹੀਂ, ਸਾਡੇ ਹਿਊਮਨ ਰਾਈਟ ਵਾਇਲੇਸ਼ਨ ਹੋਣਗੇ ਤੇ ਅਸੀਂ ਇੱਥੇ ਚੱਲ ਜਾਾਂਗੇ, ਸਾਨੂੰ ਕੁਝ ਕਹਿ ਨਹੀਂ ਸਕਦੇ, ਤਾਂ ਸਾਡਾ ਹੱਕ ਹੈ। ਹੱਕਾਂ ਦੀ ਗੱਲ ਜ਼ਿਆਦਾ ਹੋ ਰਹੀ ਹੈ ਤੇ ਡਿਊਟੀ ਦੀ ਨਹੀਂ ਗੱਲ ਹੋ ਰਹੀ। ਪਰ ਫਿਰ ਉੱਥੇ ਜਿਹੜਾ ਟੀਚਰ ਹੈ ਉਹ ਆਪਣਾ ਇੱਕ ਰੋਲ ਅਦਾ ਕਰਦਾ ਹੈ। ਬਹੁਤ ਵਧੀਆ ਲੱਗਾ ਗੱਲਬਾਤ ਕਰਕੇ। ਆਸ਼ਿਮਾ ਸਾਨੀ ਜੀ, ਪ੍ਰੋਗਰਾਮ ਦਾ ਸਮਾਂ ਇੱਥੇ ਖਤਮ ਹੁੰਦਾ। ਤੁਹਾਡਾ ਧੰਨਵਾਦ ਪ੍ਰੋਗਰਾਮ 'ਚ ਜੁੜਨ ਦੇ ਲਈ। ਪ੍ਰੋਗਰਾਮ ਗੱਲਾਂ ਤੇ ਗੀਤ ਖਤਮ ਕਰ ਰਹੇ ਹਾਂ ਜੀ ਦਰਸ਼ਕੋ, ਤੁਹਾਡਾ ਵੀ ਧੰਨਵਾਦ, ਸ਼ੁਕਰੀਆ।